ਇੱਕ ਹੀ ਚੀਜ਼ ਹੋਵੇ, ਉਹ ਹੈ ਪਰਮੇਸ਼ਵਰ ਦਾ ਧੰਨਵਾਦ ਕਰਨਾ। ਇਹ ਗੱਲ ਪੂਰੀ ਤਰ੍ਹਾਂ ਨਾਲ ਜਾਣ ਲਵੋ, ਇਹੋ ਜਿਹਾ ਕੋਈ ਵੀ ਮਨੁੱਖ ਜੋ ਕਿਸੇ ਤਰ੍ਹਾਂ ਦਾ ਵਿਚਾਰ, ਅਸ਼ੁੱਧਤਾ ਅਰਥਾਤ ਮੂਰਤੀ ਪੂਜਾ ਅਤੇ ਲੋਭ ਨੂੰ ਆਪਣੇ ਜੀਵਨ ਵਿੱਚ ਥਾਂ ਦਿੰਦਾ ਹੈ, ਉਹ ਮਸੀਹ ਅਤੇ ਪਰਮੇਸ਼ਵਰ ਦੇ ਰਾਜ ਦਾ ਕਿਸੇ ਤਰ੍ਹਾਂ ਵੀ ਭਾਗੀ ਨਹੀਂ ਹੋਵੇਗਾ। ਕਿਸੇ ਤਰ੍ਹਾਂ ਵੀ ਫੋਕੀਆਂ ਗੱਲਾਂ ਨਾਲ ਧੋਖਾ ਨਾ ਖਾਵੋ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇ ਰਾਹੀਂ ਪਰਮੇਸ਼ਵਰ ਦੀ ਦੈਵੀ ਸਜ਼ਾ ਪਰਮੇਸ਼ਵਰ ਦੀ ਆਗਿਆ ਨਾ ਮੰਨਣ ਵਾਲਿਆਂ ਤੇ ਆਉਂਦੀ ਹੈ। ਇਹੋ ਜਿਹੇ ਲੋਕਾਂ ਤੋਂ ਦੂਰ ਹੀ ਰਹੋ। ਪਹਿਲਾਂ ਤੁਸੀਂ ਹਨੇਰੇ ਦੇ ਵਾਸੀ ਸਾਓ, ਪਰ ਹੁਣ ਤੁਸੀਂ ਪ੍ਰਭੂ ਦੀ ਸੰਗਤ ਵਿੱਚ ਆ ਕੇ ਚਾਨਣ ਦੇ ਵਾਸੀ ਬਣ ਗਏ ਹੋ। ਇਸ ਲਈ ਹੁਣ ਤੁਸੀਂ ਚਾਨਣ ਦੇ ਵਾਸੀਆਂ ਦੀ ਤਰ੍ਹਾਂ ਜੀਵਨ ਗੁਜ਼ਾਰੋ। ਯਾਦ ਰੱਖੋ, ਚਾਨਣ ਹੀ ਹੈ ਜੋ ਹਰ ਤਰ੍ਹਾਂ ਦੀ ਭਲਾਈ, ਧਾਰਮਿਕਤਾ ਅਤੇ ਸੱਤ ਨੂੰ ਜਨਮ ਦਿੰਦਾ ਹੈ। ਹਮੇਸ਼ਾ ਉਸ ਚੀਜ਼ ਦੀ ਭਾਲ ਕਰੋ ਜਿਸ ਤੋਂ ਪ੍ਰਭੂ ਖੁਸ਼ ਹੁੰਦਾ ਹੈ। ਹਨੇਰੇ ਦੇ ਵਾਸੀਆਂ ਦੇ ਕੰਮ ਨਾਲ ਕੋਈ ਵਾਸਤਾ ਨਾ ਰੱਖੋ, ਸਗੋਂ ਉਹਨਾਂ ਦੇ ਕੰਮਾਂ ਨੂੰ ਪ੍ਰਗਟ ਕਰੋ। ਉਹਨਾਂ ਗੱਲਾਂ ਨੂੰ ਜੋ ਉਹ ਗੁਪਤ ਰੂਪ ਵਿੱਚ ਕਰਦੇ ਹਨ, ਮੂੰਹ ਤੇ ਲਿਆਉਣਾ ਵੀ ਸ਼ਰਮ ਦੀ ਗੱਲ ਹੈ। ਹਰ ਚੀਜ਼ ਜੋ ਚਾਨਣ ਦੁਆਰਾ ਪ੍ਰਗਟ ਕਰ ਦਿੱਤੀ ਜਾਂਦੀ ਹੈ, ਉਸ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ, ਬਲਕਿ ਉਹ ਆਪ ਹੀ ਚਾਨਣ ਵਿੱਚ ਬਦਲ ਜਾਂਦੀ ਹੈ। ਇਸ ਲਈ ਇਹ ਕਿਹਾ ਗਿਆ ਹੈ, ਸੌਣ ਵਾਲੇ ਜਾਗ, ਮੁਰਦਿਆਂ ਵਿੱਚੋਂ ਉੱਠ ਖੜਾ ਹੋ ਤਾਂ ਮਸੀਹ ਤੇਰੇ ਤੇ ਚਾਨਣ ਕਰੇਗਾ। ਇਸ ਲਈ ਆਪਣੇ ਰਹਿਣ ਬਹਿਣ ਵੱਲ ਧਿਆਨ ਦਿਓ। ਮੂਰਖਾਂ ਵਾਲਾ ਵਰਤਾਓ ਨਾ ਕਰੋ, ਸਗੋਂ ਅਕਲਮੰਦਾਂ ਵਾਲਾ ਕਰੋ। ਦੇਖੋ, ਜਿਸਲੇ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਆਉਂਦੇ ਹਾਂ ਤੇ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਇਸ ਦੇ ਵਿੱਚ ਪਿਆਰੀ ਚੀਜ਼ ਇਹ ਹੈ, ਸਾਨੂੰ ਸ਼ੁਰੂ ਦੇ ਵਿੱਚ ਦੱਸੀ ਗਈ ਕਿ ਸਾਨੂੰ ਸਭ ਤੋਂ ਪਹਿਲਾਂ ਇੱਕ ਰਿਸ਼ਤਾ ਦੱਸਿਆ, ਤੁਸੀਂ ਪਰਮੇਸ਼ਵਰ ਦੀ ਸੰਤਾਨ। ਅਸੀਂ ਜਿਨ੍ਹਾਂ ਨੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ, ਉਹਨਾਂ ਨੂੰ ਉਸਨੇ ਸੰਤਾਨ ਹੋਣ ਦਾ ਹੱਕ ਦਿੱਤਾ। ਔਰ ਇਸ ਕਰਕੇ ਪੌਲੁਸ ਸਾਨੂੰ ਇਹ ਦੱਸ ਦਿੱਤਾ ਆ ਆਪਣੇ ਪ੍ਰਭੂ ਦੇ ਵਚਨ ਦੇ ਵਿੱਚ ਕਿ ਬਾਪ ਦੇ ਨਾਲ ਔਰ ਪੁੱਤਰ ਦੇ ਨਾਲ, ਬਾਪ ਔਰ ਪੁੱਤਰ ਔਰ ਧੀਆਂ ਪੁੱਤ, ਉਹਨਾਂ ਦੇ ਵਿੱਚ ਬਾਪ ਦੀ ਜੋ ਸਾਡੇ ਪਿਆਰੇ ਪ੍ਰਭੂ ਦੀ ਜੋ ਛਵੀ ਹੈ ਉਹ ਦਿਸਣੀ ਚਾਹੀਦੀ ਹੈ। ਜਿਸ ਤਰ੍ਹਾਂ ਅਸੀਂ ਦੁਨਿਆਵੀ ਤੇ ਇਸ ਦੁਨੀਆ ਦੇ ਵਿੱਚ ਕਈ ਵਾਰੀ ਬੱਚੇ ਨੂੰ ਦੇਖ ਕੇ ਤਾਂ ਕਹਿ ਦਿੰਦੇ, ਉਹਦੀ ਸ਼ਕਲ ਦੇਖ ਕੇ ਕਹਿ ਦਿੰਦੇ ਆ ਇਹ ਆਪਣੇ ਡੈਡੀ ਵਰਗਾ, ਆਪਣੀ ਮੰਮੀ ਵਰਗਾ। ਔਰ ਜਿਸ ਵੇਲੇ ਅਸੀਂ ਦੂਸਰਾ ਉਹਦਾ ਸਟੈਪ ਇਹ ਆ ਕਿ ਜੇ ਉਸ ਬੱਚੇ ਦੇ ਅੱਛੇ ਜਾਂ ਬੁਰੇ ਦੋਨਾਂ ਚੋਂ ਕੋਈ ਵੀ ਅੱਛੇ ਜਾਂ ਬੁਰੇ ਕੰਮ ਮਾਂ ਔਰ ਬਾਪ ਤੇ ਹੋਣ, ਤੇ ਫਿਰ ਉਹ ਕਹਿੰਦੇ ਇਹ ਆਪਣੇ ਮਾਂ ਬਾਪ ਵਾਲਾ ਕੰਮ। ਇਹਦੀ ਮਾਂ ਵੀ ਏਦਾਂ ਦੀ ਹੁੰਦੀ ਸੀ, ਜੇ ਬੁਰਾ ਕੰਮ, ਜੇ ਭਲਾਈ ਆ ਤੇ ਹਾਂ ਬਈ ਇਹਦੀ ਮਾਂ ਵੀ ਭਲੀ ਸੀ। ਇਸੇ ਤਰ੍ਹਾਂ ਦੁਨਿਆਵੀ ਤੌਰ ਤੇ ਵਿੱਚ ਜਿਸਲੇ ਅਸੀਂ ਆਪਣੇ ਆਪ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਦੀ ਲੈ ਕੇ ਆਏ ਹਾਂ, ਤਾਂ ਕਿਉਂਕਿ ਸਾਡੇ ਲਈ ਹਰ ਇੱਕ ਚੀਜ਼ ਜਿਹੜੀ ਆ ਉਹ ਸਾਡੀ ਪਹੁੰਚ ਤੋਂ ਦੂਰ ਨਹੀਂ। ਪ੍ਰਭੂ ਦੇ ਵਿੱਚ ਕੋਈ ਵੀ ਚੀਜ਼ ਸਾਡੀ ਪਹੁੰਚ ਤੋਂ ਦੂਰ ਨਹੀਂ। ਸਾਨੂੰ ਸਿਰਫ ਇੱਕੋ ਚੀਜ਼ ਕਰਨੀ ਪੈਣੀ, ਜਿਸ ਤਰ੍ਹਾਂ ਅਸੀਂ ਕੱਲ ਦੇਖਿਆ ਸੀ ਕਿ ਸਿਰਫ ਸਾਨੂੰ ਉਹ ਜਿਹੜੀ ਚੀਜ਼ ਸਾਡੇ ਵਿੱਚ ਬੁਰਾਈ ਆ, ਕੱਲ ਅਸੀਂ ਬਹੁਤ ਸਾਰੀਆਂ ਬੁਰਾਈਆਂ ਦੇ ਬਾਰੇ ਪੜ੍ਹਿਆ ਸੀ, ਅਸੀਂ ਉਹਨਾਂ ਵਿੱਚ ਦੁਬਾਰਾ ਜਾਵਾਂਗੇ, ਕੋਈ ਨਹੀਂ। ਔਰ ਬਹੁਤ ਸਾਰੀਆਂ ਬੁਰਾਈਆਂ ਨੂੰ ਦੇਖਦਿਆਂ ਹੋਇਆਂ ਤੇ ਅਸੀਂ ਇਸ ਸਿੱਟੇ ਦੇ ਵਿੱਚ ਪ੍ਰਭੂ ਦੇ ਵਚਨ ਦੇ ਵਿੱਚ ਪਹੁੰਚੇ ਸੀ ਕਿ ਕੋਈ ਵੀ ਐਸਾ ਪਾਪ ਨਹੀਂ ਜੋ ਅਸੀਂ ਪ੍ਰਭੂ ਦੇ ਮੂਹਰੇ ਲਿਆਈਏ ਤੇ ਉਹ ਉਸ ਨੂੰ ਮਾਫ ਕਰੇ। ਦੂਸਰਾ ਅਹੁਦਾ ਹੁਣ ਅਸੀਂ ਇੱਥੇ ਦੇਖਦੇ ਪਏ ਹਾਂ। ਅਸੀਂ ਪਹਿਲਾਂ ਤੀਸਰੇ ਚੌਥੇ ਚੈਪਟਰ 'ਚ ਬਾਪ ਦੇ ਨਾਲ ਆਪਣਾ ਰਿਸ਼ਤਾ ਦੇਖਿਆ ਸੀ, ਜਿਸ ਨੂੰ ਅਸੀਂ ਨਾਮ ਦਿੱਤਾ ਸੀ ਅੰਗੀਕਰਨ, ਕਿਉਂਕਿ ਅਸੀਂ ਉਸਦੇ ਅੰਗ ਬਣ ਗਏ। ਔਰ ਉਸਦੇ ਵਿੱਚ ਮਸੀਹ ਨੂੰ ਸਾਡਾ ਸਿਰ ਦੱਸਿਆ ਗਿਆ। ਔਰ ਬਾਕੀ ਜਿਹੜਾ ਧਾੜ ਆ ਉਹ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਲੋਕ ਆ, ਜਿਹੜਾ ਬਾਕੀ ਦਾ ਧਾੜ ਆ
ਉਹ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਲੋਕ ਆ, ਜਿਹੜੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਏ, ਉਸ ਦੀ ਜ਼ਿੰਦਗੀ ਦੇ ਹਿੱਸੇ, ਕਿਉਂਕਿ ਉਹ ਜਿਉਂਦਾ, ਇਸ ਕਰਕੇ ਅਸੀਂ ਸਦਾ ਜਿਉਣਾ। ਇਹ ਚੀਜ਼ ਅਸੀਂ ਕਿੱਦਾਂ ਜੀਵਾਂਗੇ, ਕਿੱਦਾਂ ਸਦਾ ਜੀਵਾਂਗੇ? ਕਿਉਂਕਿ ਉਹ ਜਿਉਂਦਾ, ਅਸੀਂ ਉਹਦੇ ਸਰੀਰ ਦੇ ਅੰਗ ਆ, ਚਰਚ ਉਹਦੇ ਸਰੀਰ ਦਾ ਅੰਗ ਆ। ਕਿਉਂਕਿ ਉਹ ਜਿਉਂਦਾ ਤੇ ਅਸੀਂ ਸਦਾ ਜੀਵਾਂਗੇ। ਇਹ ਰਾਜ ਹੈ ਇਸਦਾ। ਜਿਸਲੇ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਖਾਲੀ ਚੀਜ਼ ਦੇਖੀ ਸੀ ਕਿ ਸਾਨੂੰ ਤਰ੍ਹਾਂ ਤਰ੍ਹਾਂ ਦੇ ਪਾਪ, ਝੂਠ ਨਾ ਬੋਲੋ, ਚੋਰੀ ਨਾ ਕਰੋ। ਬਈ ਜੇ ਇਹ ਇਨਸਾਨ ਦੇ ਅੰਦਰ ਗੁਨਾਹ ਨਾ ਹੁੰਦੇ ਤੇ ਕਦੀ ਪ੍ਰਭੂ ਦਾ ਵਚਨ ਇਹ ਚੀਜ਼ ਲਿਖਦਾ? ਸਾਨੂੰ ਕਦੀ ਵੀ ਪ੍ਰਭੂ ਦੇ ਵਚਨ 'ਚ ਚੀਜ਼ਾਂ ਨਹੀਂ ਹੁੰਦੀ। ਪਾਪ ਨੂੰ ਛੁਪਾਉਣ ਦੇ ਨਾਲ ਛੁਪਦਾ ਨਹੀਂ। ਪਾਪ ਨੂੰ ਛੁਪਾਉਣ ਦੇ ਨਾਲ ਪਾਪ ਕਦੀ ਨਹੀਂ ਛੁਪਦਾ। ਜਿਸ ਤਰ੍ਹਾਂ ਇਸ ਵਚਨ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ, ਉਹ ਤੁਹਾਨੂੰ ਪਿਆਰ ਕਰਦਾ ਹੈ, ਇਸ ਲਈ ਤੁਸੀਂ ਉਸ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰੋ। That does not make me God. ਇਹ ਸਾਨੂੰ ਪਰਮੇਸ਼ਰ ਨਹੀਂ ਬਣਾਉਂਦਾ। ਇਸ ਆਇਤ ਨੂੰ ਬਹੁਤ ਉਲਟੇ ਸਿੱਧੇ ਤਰੀਕੇ ਦੇ ਨਾਲ ਦੇਖਿਆ ਜਾਂਦਾ। ਬਹੁਤ ਸਾਰੇ ਪਾਸਵਾਨ ਜਿਹੜੇ ਲੋਕਾਂ ਤੋਂ ਸੇਵਾ ਕਰਾਉਂਦੇ ਪਏ ਇਸ ਆਇਤ ਦੇ ਆਪਣੀ, that is wrong। ਅਸੀਂ ਪ੍ਰਭੂ ਦੇ ਲੋਕ ਹਾਂ, ਅਸੀਂ ਪ੍ਰਭੂ ਦਾ ਅੰਗ ਹਾਂ, ਅਸੀਂ ਪ੍ਰਭੂ ਸਾਡੇ ਲਈ ਬਰਕਤ ਦਾ ਕਾਰਨ ਆ, ਔਰ ਅਸੀਂ ਉਸ ਦੇ ਲਈ ਬਰਕਤ। ਪਾਪ ਤੇ ਜਿਸ ਲਈ ਅਸੀਂ ਵਾਪਸ ਆਉਂਦੇ, ਪਾਪ ਤੇ ਜਿਸ ਲਈ ਅਸੀਂ ਵਾਪਸ ਆਉਂਦੇ। ਪਾਪ ਇੱਕ ਐਸੀ ਚੀਜ਼ ਹੈ ਜਿਸ ਨੂੰ ਅਸੀਂ ਛੁਪਾ ਨਹੀਂ ਸਕਦੇ ਕਦੀ ਵੀ। ਉਹ ਇੱਕ ਐਸਾ ਗਰਬੇਜ ਕਿ ਜਿਸ ਲਈ ਅਸੀਂ ਉਸ ਨੂੰ ਛੁਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਸੜਾਂਦ ਮਾਰਦਾ। ਗਰਬੇਜ ਦਾ ਬੈਗ ਆਪਣੇ ਘਰ ਦੇ ਅੰਦਰ ਕਿਤੇ ਲੁਕੋ ਕੇ ਰੱਖੋ, ਸਾਰੇ ਘਰ ਚੋਂ ਬਦਬੂ ਆਏ, ਸਾਰੇ ਘਰ ਚੋਂ ਬਦਬੂ ਆਏ। ਮੈਨੂੰ ਚੇਤਾ, ਮੈਂ ਆਪਣੇ ਫਰੈਂਡ ਨੂੰ ਮੂਵ ਕਰਾਉਂਦਾ ਪਿਆ ਸੀਗਾ ਤੇ ਉਹ ਸਮਾਨ ਜਿਹੜਾ ਸੀ ਨਾ ਉਹਨਾਂ ਦਾ, ਉਹ ਇੱਕ ਡੱਬਾ ਜਿੱਦਾਂ ਸੀਗਾ, ਕੋਈ ਸਾਰਿਆਂ ਡੱਬਿਆਂ ਤੇ ਲਿਖਿਆ ਸੀ ਇਹਦੇ ਵਿੱਚ ਭਾਂਡੇ ਆ, ਇਹਦੇ ਵਿੱਚ ਆ, ਇਹਦੇ ਵਿੱਚ ਉਹ, ਇਹਦੇ ਵਿੱਚ ਆ। ਹੁਣ ਵਾਈਫ ਵਿਚਾਰੀ ਤਾਂ ਬਹੁਤ ਸੀਗੀ ਚੰਗੀ, ਉਹਨੇ ਤਾਂ ਸਾਰੇ ਡੱਬਿਆਂ ਤੇ ਲਿਖ ਕੇ ਲਾਤਾ ਕਿ ਇਹਦੇ ਵਿੱਚ ਆ ਪਾਇਓ, ਇਹਦੇ ਵਿੱਚ ਆਏ ਪਾਇਓ, ਇਹਦੇ ਵਿੱਚ ਆ ਪਾਇਓ। ਉਹਦੇ ਹਸਬੈਂਡ ਨੇ ਪੜ੍ਹਿਆ ਨਹੀਂ, ਉੱਥੇ ਲਿਖਿਆ ਸੀ ਕਿ ਮੋਸਟ ਇੰਪੋਰਟੈਂਟ ਸਟਫ। ਉਹਨੇ ਗਰਬਜ ਚੱਕਿਆ ਤੇ ਉਹਦੇ ਵਿੱਚ ਪਾਇਆ। ਸੋ ਮੋਸਟ ਇੰਪੋਰਟੈਂਟ ਸਟਫ ਜਿਹੜਾ ਗਰਬਜ ਡੱਬਾ ਸੀ ਉਹ ਲਿਜਾ ਕੇ ਤਾਂ ਉਹਨੂੰ ਅੰਦਰ ਰੱਖ ਦਿੱਤਾ ਤੇ ਚਲੋ ਇਹਨੂੰ ਬਾਅਦ ਚ ਖੋਲੋ। ਸਾਰੇ ਘਰ ਚ ਬਦਬੂ ਆਏ। ਕਿੱਥੋਂ ਆਉਂਦੀ ਪਈ ਆ? ਉਹ ਮੋਸਟ ਇੰਪੋਰਟੈਂਟ ਡੱਬੇ ਨਾਲ ਕੋਈ ਵੀ ਨਾ ਜਾਵੇ। ਫਿਰ ਉਹਨਾਂ ਨੇ ਕਿਹਾ ਕਿ ਏਦਾਂ ਕਰੋ, ਸਾਰੇ ਡੱਬੇ ਖੋਲ ਕੇ ਦੇਖੋ, ਤੇ ਉਹ ਡੱਬਾ ਅਖੀਰ ਦੇ ਵਿੱਚ ਜਾ ਕੇ ਖੋਲ ਲਿਆ ਤੇ ਉਹਦੇ ਵਿੱਚ ਗਰਬਜ ਸੀ। ਅਸੀਂ ਪ੍ਰਭੂ ਦੇ ਮੰਦਰ, ਅਗਰ ਪ੍ਰਭੂ ਸਾਡੀ ਜ਼ਿੰਦਗੀ 'ਚ ਕੋਈ ਗਰਬਜ ਦਿਖਾਉਂਦਾ ਉਹਨੂੰ ਮਤ ਲੁਕੋ। ਅਗਰ ਆਪਣੇ ਆਪ ਨੂੰ ਕੋਈ ਦਿਖਾਈ ਦੇ ਜਾਂਦਾ ਤੇ ਉਸ ਨੂੰ ਮਤ ਲੁਕੋ। ਕਦੀ ਵੀ ਕੋਈ ਕੰਮ ਕਰਨ ਤੋਂ ਬਾਅਦ ਜਾਂ ਗੱਲ ਕਰਨ ਤੋਂ ਬਾਅਦ ਜਾਂ ਸੋਚਣ ਤੋਂ ਬਾਅਦ ਤੁਹਾਡਾ ਮਨ ਔਰ ਆਤਮਾ ਤੁਹਾਨੂੰ ਇਹ ਕਹਿ ਰਿਹਾ, ਮਨ ਬਹੁਤ ਦੇਰ ਬਾਅਦ ਬੋਲਣ ਲੱਗਦਾ, ਪਹਿਲਾਂ ਆਤਮਾ ਦਾ ਰੌਲਾ ਪੈਂਦਾ। ਅਗਰ ਆਤਮਾ ਇਹ ਕਹਿ ਰਿਹਾ ਕਿ ਨਹੀਂ, that was wrong, ਤੇ ਉਸ ਨੂੰ ਸਵੇਰ ਦੀ, ਦੁਪਹਿਰ ਦੀ, ਸ਼ਾਮ ਦੀ, ਜਿੱਥੇ ਬੈਠੀਆਂ ਦੁਆ ਦੇ ਵਿੱਚ ਲਿਆ ਕੇ ਪ੍ਰਭੂ ਦੇ ਚਰਨਾਂ 'ਚ ਰੱਖ। ਉਸ ਗਰਬਜ ਨੂੰ ਸਵਾਏ ਪ੍ਰਭੂ ਤੋਂ ਹੋਰ ਕਿਸੇ ਨੇ
और वो प्रभु धोएगा, जिस चीज ਨੂੰ ਉਹ ਧੋਏਗਾ ਉਸ ਦਾ ਮਤਲਬ ਇਹ ਆ ਕਿ ਉਹ ਚੀਜ਼ ਪ੍ਰਭੂ ਨੇ ਕੱਢ ਕੇ ਉਸ ਨੂੰ ਧੋਤੀ ਆ ਤੇ ਹੁਣ ਅੰਦਰ ਰੂਮ ਬਣ ਗਿਆ। ਅਸੀਂ ਪ੍ਰਭੂ ਦਾ ਰੂਮ ਅੰਦਰੋਂ ਆਪਣੇ ਜਿਹੜਾ ਰੂਮ ਆ ਉਹ ਵਧਾਉਂਦੇ ਜਾ, ਉਹ ਵੱਧਦਾ ਜਾਂਦਾ। ਬਾਹਰਲੀਆਂ ਚੀਜ਼ਾਂ ਦੇ ਨਾਲ ਜਿਹੜਾ ਮਸੀਹ ਆਪਣੇ ਆਪ ਨੂੰ ਕਹਿਣਾ, ਉਹਦੇ ਨਾਲੋਂ ਅੰਦਰਲੇ ਬਸ ਜਿਹੜਾ ਕੰਮ ਆ, ਅੰਤ ਕਰਨ ਤੇ ਕੰਮ ਸਾਨੂੰ ਕਰਨਾ ਚਾਹੀਦਾ। ਇਹੋ ਚੀਜ਼ ਹੀ ਪ੍ਰਭੂ ਦਾ ਵਚਨ ਕਹਿ ਰਿਹਾ ਕਿ ਜਿਸ ਲਈ ਅਸੀਂ 5ਵੇਂ ਭਾਗ ਦੇ ਵਿੱਚ ਆਏ ਹਾਂ, ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ, ਉਹ ਤੁਹਾਨੂੰ ਪਿਆਰ ਕਰਦਾ ਹੈ, ਇਸ ਲਈ ਤੁਸੀਂ ਉਸ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰੋ। ਹੁਣ ਦੇਖੋ, ਪਿਆਰ ਵਾਲਾ ਜੀਵਨ ਗੁਜ਼ਾਰੋ ਇਸ ਤਰ੍ਹਾਂ ਜਿਸ ਤਰ੍ਹਾਂ ਮਸੀਹ ਨੇ ਸਾਨੂੰ ਪਿਆਰ ਕੀਤਾ, ਆਪਣੇ ਆਪ ਨੂੰ ਇੱਕ ਸੁਗੰਧ ਬਲੀ ਦੇ ਤੌਰ ਤੇ ਸਾਡੇ ਵਾਸਤੇ ਪਰਮੇਸ਼ਰ ਦੇ ਸਾਹਮਣੇ ਚੜਾ ਦਿੱਤਾ। ਨਾਓ ਸੁਗੰਧ ਬਲੀ ਕੀ ਆ? ਮੇਰੇ ਨਾਲ ਕੂਚ ਦੇ ਵਿੱਚ ਆ ਜਾਓ, 3ਵਾਂ ਭਾਗ ਉਸ ਦੀ 34 ਤੋਂ 38 ਆਇਤ, ਔਰ ਉਸ ਦੀ ਕਿੱਡੀ ਵੱਡੀ ਕੀਮਤ ਆ। 124 ਪੰਨਾ ਅਗਰ ਤੁਹਾਡੇ ਕੋਲੋਂ ਪੁਰਾਣੇ ਨਿਯਮ ਦਾ, ਅਗਰ ਤੁਹਾਡੇ ਕੋਲੋਂ ਨਵੀਆਂ ਬਾਈਬਲ, ਚੈਪਟਰ ਹੈ 30 ਔਰ ਇਸ ਦੀ ਅਸੀਂ ਦੋ ਚੀਜ਼ਾਂ ਦੇਖਾਂਗੇ ਚੈਪਟਰ 30 ਦੇ ਵਿੱਚ। ਅਸੀਂ ਇੱਕ ਆਇਤ ਤੋਂ ਲੈ ਕੇ 10 ਆਇਤ ਤੱਕ ਜਿਸ ਨੂੰ ਇਹ ਮਿਲ ਜਾਏ। मैं पढ़ देना पास्टर जी। गो अहेड मेरा वीरा। दफा हैगा 122, ਧੂਪ ਤਖਾਉਣ ਲਈ ਵੇਦੀ। ਤੂੰ ਕਿੱਕਰ ਦੀ ਲੱਕੜ ਤੋਂ ਧੂਪ ਤਖਾਉਣ ਲਈ ਇੱਕ ਵੇਦੀ ਬਣਾਉਣਾ। ਇਹ ਚੌਰਸ ਹੋਵੇ, 44 ਸੈਂਟੀਮੀਟਰ ਲੰਮੀ ਅਤੇ 44 ਸੈਂਟੀਮੀਟਰ ਚੌੜੀ। ਇਸ ਦੀ ਉਚਾਈ 90 ਸੈਂਟੀਮੀਟਰ ਰੱਖੀ ਅਤੇ ਇਸ ਦੇ ਸਿੰਗ ਇਸ ਤਰ੍ਹਾਂ ਲੱਕੜੀ ਦੇ ਵਿੱਚੋਂ ਖੜੇ ਹੋਣ। ਤੂੰ ਇਸ ਨੂੰ ਸ਼ੁੱਧ ਸੋਨੇ ਨਾਲ ਮੜੀ, ਇੱਥੋਂ ਤੱਕ ਕਿ ਇਸ ਦੇ ਉੱਪਰਲੇ ਹਿੱਸੇ ਅਤੇ ਸਿੰਗਾਂ ਨੂੰ ਵੀ ਉੱਪਰਲੇ ਪਾਸੇ ਕੰਡਿਆਂ ਦੇ ਨਾਲ ਸੋਨੇ ਦੀ ਹੀ ਇੱਕ ਬਨੇਰੀ ਵੀ ਬਣਾਈ। ਉਸ ਦੇ ਦੋਹੀਂ ਪਾਸੀ ਬਨੇਰੀ ਦੇ ਹੇਠ ਸੋਨੇ ਦੇ ਹੀ 2 ਕੜੇ ਬਣਾ ਕੇ ਲਾਵੀਂ। ਇਹ ਕੜੇ ਇਸ ਨੂੰ ਚੁੱਕਣ ਵਾਲੀਆਂ ਚੋਬਾਂ ਦੇ ਪਾਉਣ ਲਈ ਹੋਣਗੇ। ਇਸ ਦੀਆਂ ਚੋਬਾਂ ਵੀ ਤੂੰ ਕਿੱਕਰ ਦੀ ਲੱਕੜੀ ਦੀਆਂ ਬਣਾਈ ਅਤੇ ਉਹਨਾਂ ਨੂੰ ਵੀ ਸੋਨੇ ਨਾਲ ਮੜ ਦੇਵੀਂ। ਇਸ ਬੇਦੀ ਨੂੰ ਤੂੰ ਉਸ ਪਰਦੇ ਦੇ ਬਾਹਰਲੇ ਪਾਸੇ ਰੱਖੀ ਜੋ ਨੇਮ ਦੇ ਸੰਦੂਕ ਅੱਗੇ ਲਟਕਦਾ ਹੈ। ਇੱਥੇ ਹੀ ਮੈਂ ਤੈਨੂੰ ਮਿਲਿਆ ਕਰਾਂਗਾ। ਹਾਰੂਨ ਹਰ ਸਵੇਰ ਵੇਲੇ ਜਦੋਂ ਦੀਵਿਆਂ ਨੂੰ ਠੀਕ ਕਰਨ ਆਵੇ ਤਾਂ ਇਸ ਵਿੱਚ ਸੁਗੰਧ ਤੁਖਾਵੇ। ਇਸੇ ਤਰ੍ਹਾਂ ਉਹ ਤਰਕਾਲਾਂ ਦੇ ਵੇਲੇ ਵੀ ਕਰੇ। ਇਹ ਪ੍ਰਭੂ ਅੱਗੇ ਧੂਫ ਤੁਖਾਉਣ ਦੀ ਰਸਮ ਵੀ ਪੀੜ੍ਹੀਓਂ ਪੀੜ੍ਹੀ ਚੱਲਦੀ ਰਹੇ। ਤੁਸੀਂ ਇਸ ਵੇਦੀ ਤੇ ਨਾ ਕੋਈ ਮਨਾ ਕੀਤੀ ਧੂਫ, ਨਾ ਹੋਮ ਦੀ ਭੇਟ, ਨਾ ਭੋਜ ਭੇਟ ਤੇ ਨਾ ਹੀ ਪੀਣ ਦੀ ਭੇਟ ਚੜਾਉਣਾ। ਹਾਰੂਨ ਹਰ ਸਾਲ ਪਾਪ ਬਲੀ ਦਾ ਲਹੂ ਵੇਦੀ ਦੇ ਸਿੰਘਾਂ ਤੇ ਲਾ ਕੇ ਇਸ ਨੂੰ ਪਵਿੱਤਰ ਕਰੇਗਾ। ਇਹ ਰਸਮ ਵੀ ਤੁਹਾਡੇ ਵਿੱਚ ਪੀੜ੍ਹੀਓਂ ਪੀੜ੍ਹੀ ਚੱਲਦੀ ਰਹੇ। ਇਹ ਵੇਦੀ ਮੇਰੇ ਲਈ ਬਹੁਤ ਪਵਿੱਤਰ ਹੈ। ਪੜ੍ਹੇ ਸੁਣੇ ਜਾਣ ਤੇ ਸ਼ੀਸ਼ ਬਰਕਤ ਸਾਰਿਆਂ ਨੂੰ। ਸੋ ਹੁਣ ਜਿਸ ਵੇਲੇ ਸਾਡੇ ਕੋਲ ਵੇਦੀ ਨਹੀਂ, ਅਸੀਂ ਚਰਚ ਤਾਂ ਇੱਕ ਤਰ੍ਹਾਂ ਦੇ ਇਕੱਠੇ ਹੋਣ ਵਾਲੀ ਜਗ੍ਹਾ ਹੈ। ਚਰਚ ਉਹ ਤਾਂ ਬਿਲਡਿੰਗ, ਚਰਚ ਉਸ ਲਈ ਪਵਿੱਤਰ ਹੁੰਦੀ ਹੈ ਜਿਸ ਲਈ ਪ੍ਰਭੂ ਦੇ ਲੋਕ ਉੱਥੇ ਜਾਂਦੇ। ਜਿਸ ਲਈ ਤੁਸੀਂ ਚਰਚ ਜਾਂਦੇ ਨਾ, ਚਰਚ ਭਰਦੀ ਆ ਤੇ ਫਿਰ ਉਹ ਪਵਿੱਤਰ। ਹੁਣ ਉਹ ਵੇਦੀ ਕਿੱਥੇ ਆ? ਕੁਐਸਚਨ ਇੱਥੇ ਆ ਗਿਆ। ਤੁਸੀਂ ਪ੍ਰਭੂ ਦੇ ਮੰਦਰ, ਅਸੀਂ ਸਭ ਪ੍ਰਭੂ ਦੇ ਮੰਦਰ, ਤੇ ਇਹ ਵੇਦੀ ਹੁਣ ਕਿੱਥੇ ਆ? ਇਹਦਾ ਮਤਲਬ ਇਹ ਵੇਦੀ ਸਾਡੇ ਅੰਦਰ, ਔਰ ਇਹ ਵੇਦੀ ਕਿਹੜੀ ਆ? ਇਸ ਦਾ ਕੰਮ ਕੀ ਹੈ? ਉਪਾਸਨਾ, ਸੁਬਹ ਤੇ ਸ਼ਾਮ। ਸੁਬਹ ਤੇ ਸ਼ਾਮ ਤਾਂ ਇੱਕ ਪਰਸਨਲ ਰਿਲੇਸ਼ਨਸ਼ਿਪ ਪ੍ਰਭੂ ਦੇ ਨਾਲ, ਪਰਸਨਲ ਰਿਲੇਸ਼ਨਸ਼ਿਪ।
ਇਟ ਹੈਜ਼ ਨਥਿੰਗ ਟੂ ਡੂ ਜਿਹੜੀਆਂ ਅਸੀਂ ਦੁਆਵਾਂ ਪ੍ਰਭੂ ਦੇ ਕੋਲ ਕਰਦੇ ਹਾਂ, ਆਪਣੀਆਂ ਬੱਚਿਆਂ ਦੇ ਲਈ ਦੁਆਵਾਂ ਕਰਦੇ ਹਾਂ, ਆਪਣੀ ਨੌਕਰੀ ਦੇ ਲਈ ਦੁਆਵਾਂ ਕਰਦੇ ਹਾਂ, ਬੱਚਿਆਂ ਦੇ ਲਈ ਦੁਆਵਾਂ ਕਰਦੇ ਹਾਂ, ਇਹਦਾ ਉਹਦੇ ਨਾਲ ਕੋਈ ਰਿਸ਼ਤਾ, ਇਸ ਦਾ ਰਿਸ਼ਤਾ ਸਿਰਫ ਮੇਰਾ ਤੇ ਮੇਰੇ ਪ੍ਰਭੂ ਦਾ ਹੈ। उसने कहा इससे ना तो खाने वाली कोई चीज भेंट करी, ना पीने वाली कोई चीज भेंट करी, ना कोई ऐसी चीज भेंट करी जड़ी अशुद्ध, जड़ी नहीं चढ़ानी चाहिए। सो ये उपासना का समय, उस सुगंध बलि का समय कि असी एक ऐसे 5 ਜਾਂ 10 ਮਿੰਟ ਅਸੀਂ सुबह शाम रखे ਆ ਜਿਹਦੇ ਵਿੱਚ ਅਸੀਂ ਪ੍ਰਭੂ ਦੇ ਮੂਹਰੇ ਮੰਗਾਂ ਨਹੀਂ ਰੱਖਣੀਆਂ, ਲੇਕਿਨ ਆਪਣੇ ਬਾਪ ਦੀ ਹਜ਼ੂਰੀ ਦੇ ਵਿੱਚ ਜਾਣਾ। ਔਰ ਜਿਸ ਲਈ ਅਸੀਂ ਉਸ ਦੀ ਹਜ਼ੂਰੀ ਦੇ ਵਿੱਚ ਜਾਣਾ, ਇਹ ਇੱਕ ਸੁਗੰਧ ਬਣੀ, ਕਿਉਂਕਿ ਯਿਸੂ ਨੇ ਇੰਨਾ ਪਿਆਰ ਕੀਤਾ ਸਾਨੂੰ, ਇੰਨਾ ਪਿਆਰ ਕੀਤਾ ਕਿ ਉਸਨੇ ਆਪਣੇ ਆਪ ਨੂੰ ਸੁਗੰਧ ਬਲੀ ਦੇ ਤੌਰ ਤੇ ਦੇ ਦਿੱਤਾ। ਉਹ ਜਿਹੜਾ ਸਾਲ ਬਾਅਦ ਉਸ ਬੇਦੀ ਦੇ ਉੱਤੇ ਖੂਨ ਲਾਇਆ ਜਾਂਦਾ ਸੀ, ਉਹ ਆਪਣੀ ਸਰੀਰ ਤੋਂ ਖੂਨ ਲੈ ਕੇ ਗਿਆ, ਔਰ ਉਸਨੇ ਉਸ ਬੇਦੀ ਨੂੰ ਐਸਾ ਪਵਿੱਤਰ ਕੀਤਾ ਕਿ ਹੁਣ ਮੰਦਰਾਂ ਦੇ ਵਿੱਚ ਨਹੀਂ ਰਹਿ ਗਈ। ਹੁਣ ਉਹ ਹੱਥਾਂ ਦੇ ਬਣਾਏ ਮੰਦਰ, ਉਹ ਪੱਥਰਾਂ ਦੇ ਬਣਾਏ ਮੰਦਰਾਂ ਦੇ ਵਿੱਚ ਨਹੀਂ ਰਹਿ ਗਏ, ਲੇਕਿਨ ਜੋ ਪ੍ਰਭੂ ਨੇ ਸ਼ੁਰੂ ਤੋਂ ਤੱਕਿਆ ਸੀ ਕਿ ਮੈਂ ਆਪਣਾ ਮੰਦਰ ਇਨਸਾਨ ਨੂੰ ਬਣਾਉਂਗਾ, ਸਾਰੀਆਂ ਚੀਜ਼ਾਂ ਬਣਾ ਕੇ ਉਸਨੇ ਆਪਣਾ ਮੰਦਰ ਬਣਾਇਆ ਸੀ, ਔਰ ਸਾਫ਼ ਹੋ ਕੇ ਉਹਦੇ ਅੰਦਰ ਆਤਮਾ ਭਰੀ ਸੀ। और सुबह शाम उसे देखा, सुबह शाम उसमें मिलना होता है। यह है जिस वेले असी प्रभु दे वचन दे अनुसार देखते हैं कि दुआ की चीज है। असी दुआ नूं दे विच प्रभु यसु मसीह ने तो की कह दिता कि मेरा नाम लैके जो मंगोगे मैं तुहानू दूंगा, असी तो उसनू अपना वेटर बना लिया है कि जब वेटर नू आवाज नहीं मारते होंगे कि इधर आ मेरी लिस्ट, वो लिस्ट दे के कह देगा आ मीन, असी इधर का बना लिया प्रभु यसु। थोड़ा समय, भावें 5 मिनट, भावें 10 मिनट सुबह शाम स्पेंड विद हिम। एक सुगंध बलि की तरह उसनू तूफ चढ़ाओ, कादी प्यार दी, अपने प्यार दी। प्यार कदी एक पासे का नहीं होता, हमेशा 2 पासे का। और वो प्यार जिसले बढ़दा ते वो भेत फिर पता लगन लगदे आ ते की आ, वो अखां तो झिल्ले डिगनी शुरू हो जाती है। सो ये तां सी बेदी। आओ हम धूफ देखिए मेरे नाल। अगला पन्ना 34 तो लैके 38 तक जिसनू मिल जाए वो पढ़। प्रभु ने मूसा नूं कहा, तू वधिया मसाला अर्थात इन्हां चीज़ां नूं इक्को जिही मिणती विच लवी, मुर, मस्तकी, लोन अते खालस लोबान, इस दी सुगंधी चीज़ां बनाउण वाले ढंग नाल इकट्ठियां मल के महीन कर लवी। इस नूं पवित्र रखण लई इस विच लूण मिला लवी। फिर तू इस विचों कुछ महीन धूप नेम दे सदूक उत्ते अते तंबू दे अंदर छिड़की। मैं तैनूं इसे थां ते मिलांगा क्योंकि ये तुहाडे लई पवित्र है। ये धूप जो तू अपने लिए बनावेगा ये पवित्र होवेगी। इस दियां चीज़ां तो तुसी कोई होर चीज़ ना बनाउणा।
ਜੋ ਕੋਈ ਮਨੁੱਖ ਦੀ ਇਸ ਤਰ੍ਹਾਂ ਦੀ ਸੁਗੰਧਿਤ ਵਸਤੂ ਆਪਣੀ ਵਸਤੂ ਲਈ ਬਣਾਵੇ, ਉਹ ਮੇਰੇ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇ। ਜੋ ਕੋਈ ਆਪਣੀ ਵਰਤੋਂ ਦੇ ਲਈ ਬਣਾਵੇ। ਧੂਫ ਜਿੱਥੇ ਚੜਾਉਣੇ ਪਈ ਉਹ ਤਾਂ ਹੈ ਬੇਦੀ, ਤੇ ਆ ਹੈਗੀ ਦੁਆ। ਆ ਹੈ ਉਹਦੇ ਨਾਲ ਰਿਸ਼ਤਾ। ਕਿ ਜਿਸ ਵੇਲੇ ਅਸੀਂ ਉਸ ਦੀ ਹਜ਼ੂਰੀ ਦੇ ਵਿੱਚ ਜਾਂਦੇ ਹਾਂ ਤਾਂ ਉਸ ਦੀ ਹਜ਼ੂਰੀ ਦੇ ਵਿੱਚ ਸਾਨੂੰ ਸੁਬਾਹ ਸ਼ਾਮ 5-10 ਮਿੰਟ, ਭਾਵੇਂ 2 ਮਿੰਟ ਤੋਂ ਸ਼ੁਰੂ ਕਰੀਏ, ਭਾਵੇਂ 1 ਮਿੰਟ ਤੋਂ ਸ਼ੁਰੂ ਕਰੀਏ, ਹੌਲੀ ਹੌਲੀ ਉਸ ਨੂੰ ਵਧਾਈਏ। ਜਸਟ ਇਸ ਬਿਟਵੀਨ ਮੇਰੇ ਅੰਤਕਰਨ ਤੇ ਉਹਦੇ ਲਈ। ਐਂਡ ਯੈਸ, ਇਹ ਟਾਈਮ ਆ ਆਪਣਾ ਪਾਪ ਲੈ ਕੇ ਜਾਣ ਦਾ। ਜਿੱਦਾਂ ਉਹ ਪਾਪ ਦੀ ਮੈਂ ਗੱਲ ਕਰਦਾ ਪਿਆ ਸੀ, ਇਹ ਸਮਾਂ ਆਪਣਾ ਪਾਪ ਲੈ ਕੇ ਜਾਣ ਦਾ। ਤੇ ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਆ ਕੁਛ, ਮੇਰਾ ਮਨ ਇਸ ਵੇਲੇ ਇਹ ਕਹਿ ਰਿਹਾ, ਮੈਂ ਆ ਬੁਰਾਈ ਸੋਚ ਰਿਹਾ, ਸੋ ਮੈਂ ਇਸਨੂੰ ਤੇਰੇ ਕੋਲ ਲੈ ਕੇ, ਅਸੀਂ ਮਸੀਹੀ ਮਖੌਟਾ ਪਹਿਨ ਲੈਣ ਦੇ ਨਾਲ ਅਸੀਂ ਮਸੀਹੀ ਨਹੀਂ ਹੋ ਸਕਦੇ। ਜੋ ਕੁਛ ਪ੍ਰਭੂ ਨੇ ਸਾਡੇ ਲਈ ਦਿੱਤਾ ਆ ਔਰ ਜੋ ਕੁਛ ਪ੍ਰਭੂ ਨੇ ਸਾਡੇ ਲਈ ਪ੍ਰੋਵਾਈਡ ਕੀਤਾ ਹੈ, ਉਸ ਨੂੰ ਸਾਰੇ ਨੂੰ ਵਰਤ ਕੇ ਅਸੀਂ ਮਸੀਹ ਬਣਦੇ ਹਾਂ। ਜਦ ਮੈਂ ਪ੍ਰਭੂ ਨੂੰ ਇਹ ਕਹਿ ਹੀ ਦਿੱਤਾ ਹੈਗਾ ਕਿ ਮੈਂ ਆਪਣਾ ਬਚਾਅ ਨਹੀਂ ਕਰ ਸਕਦਾ, ਤੂੰ ਹੀ ਮੇਰਾ ਬਚਾਅ ਕਰੇਗਾ, ਤਾਂ ਫਿਰ ਮੈਂ ਆਪਣੀਆਂ ਕੋਸ਼ਿਸ਼ਾਂ ਕਿਉਂ ਕਰਦਾ ਪਿਆ? ਤਾਂ ਫਿਰ ਤਾਂ ਹਿੰਦਰ ਸੋਤਾ ਨੂੰ ਜੋ ਆਪਣਾ ਗੁੱਸਾ, ਜੋ ਉਸਨੂੰ ਆਪਣੇ ਅੰਦਰ ਜੋ ਜਿਹੜੀ ਚੀਜ਼ ਸੜਾਂਡ ਮਾਰਦੀ ਪਈ ਅੰਦਰੋਂ, ਕਿਉਂ ਨਹੀਂ ਮੈਂ ਉਸਦੇ ਅੱਗੇ ਰੱਖਦਾ ਲਿਆ ਕੇ? ਕਿਉਂ ਨਹੀਂ ਮੈਂ ਉਹ ਤੋਂ ਮੰਗਦਾ ਜਦੋਂ ਉਹ ਕਹਿ ਰਿਹਾ ਕਿ ਤੁਸੀਂ ਬੁਰੇ ਹੋ ਕੇ ਕੁਚੰਤਮ ਤੋਂ ਨਹੀਂ ਸਾਧਕ ਮੇਰੀ ਨਾ ਲੂਕ ਦੇ 11ਵੇਂ ਪਾਪ ਚ, ਲੂਕਾ ਦਾ 11ਵਾਂ ਪਾਪ ਨਵੇਂ ਨਿਯਮ ਦੇ ਵਿੱਚ ਆ, ਜਿਹਨੂੰ ਮਿਲ ਗਿਆ ਪੰਨਾ ਜ਼ਰੂਰ ਦੱਸ। 125 ਹੈ ਬਸ ਜੀ। 125 ਠੀਕ। ਮੇਰੇ ਨਾਲ ਆਓ, ਅਸੀਂ ਇਸ ਨੂੰ ਪਹਿਲੀ ਆਇਤ ਤੋਂ ਲੈ ਕੇ 13 ਆਇਤ ਤੱਕ ਪੜਾਂਗੇ। ਹੁਣ ਅਸੀਂ ਦੁਆ ਦੇ ਵਿੱਚ ਆਏ ਤੇ ਦੁਆ ਕਰਨੀ ਪ੍ਰਭੂ ਨੇ ਸਿਖਾਈ ਹੈ, ਔਰ ਇਸ ਦੁਆ ਦੇ ਵਿੱਚ ਜਿਸ ਲਈ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਣਾ, ਇਸ ਪ੍ਰੈਕਟਿਸ ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਪਿਛਲੇ 5 ਸਾਲ ਤੋਂ ਲਗਾਤਾਰ ਟਰਾਈ ਕਰਦਾ ਪਿਆ, ਮੈਂ ਹਾਲੇ ਵੀ ਉੱਥੇ ਨਹੀਂ ਪਹੁੰਚਾ। ਇਸ ਪ੍ਰੈਕਟਿਸ ਸੁਬਾਹ ਤੇ ਸ਼ਾਮ ਥੋੜਾ ਥੋੜਾ ਸਮਾਂ, ਜਿਸ ਦੇ ਵਿੱਚ ਕੋਈ ਚੀਜ਼ ਨਹੀਂ, ਹੋਰ ਕੋਈ ਚੀਜ਼ ਨਹੀਂ, ਸਿਰਫ ਜਿਹੜੀ ਸੁਗੰਧੀ ਪ੍ਰਭੂ ਦੇ ਲਈ ਆ ਉਹ ਬਣ ਕੇ ਜਾਣਾ, ਔਰ ਸਿਰਫ ਆਪਣਾ ਆਪ ਉਹਦੇ ਅੱਗੇ ਪੇਸ਼ ਕਰਨਾ, ਜੋ ਮੈਂ ਹਾਂ ਉਸ ਨੂੰ ਪੇਸ਼ ਕਰਨਾ। That's it. ਹੋਰ ਕੁਛ ਨਹੀਂ। ਇਸ ਬਿਟਵੀਨ ਮੀ ਐਂਡ ਗॉड। ਸੋ ਹੁਣ ਪ੍ਰਭੂ ਯਿਸੂ ਨੇ ਇੱਥੇ ਹੁਣ ਸਾਨੂੰ ਦੁਆ ਕਰਨੀ ਸਿਖਾਈ। 11ਵਾਂ ਪਾਪ ਪਹਿਲੀ ਆਇਤ ਤੋਂ ਲੈ ਕੇ ਇੱਕ ਮਿੰਟ ਮੈਂ ਪੜ੍ਹਦੀ ਹਾਂ ਸਿਸਟਰ ਜੀ। 11ਵਾਂ पाप उसकी 1 आयत तो लेके 13 आयत। वह किसी जगह प्रार्थना कर रहा था। जब वह प्रार्थना कर चुका तो उसके चेलों में से एक ने उससे कहा, हे प्रभु, जैसे यूहन्ना ने अपने चेलों को प्रार्थना करना सिखाया, वैसे ही हमें भी तो प्रार्थना करना सिखा दे। उसने उससे कहा, जब तुम प्रार्थना करो तो कहो, हे मेरे पिता, तेरा नाम पवित्र माना जाए, तेरा राज आए, हमारी दिन भर की रोटी हर दिन हमें दिया कर, और हमारे पापों को क्षमा कर, क्योंकि हम भी अपने हर एक अपराधी को क्षमा करते हैं, और हमें परीक्षा में ना ला। तब उससे कहा,
तुम में से कौन है कि वह अपना एक मित्र हो और वह अपनी आधी रात को उसके पास जाकर उससे कहे, हे मित्र, मुझे 3 रोटियां दे, क्योंकि एक यात्री मित्र मेरे पास आया है और उसके पास आगे रखने के लिए कुछ भी नहीं है। और वह भीतर से उत्तर दे, मुझे दुख ना दे, अब तो द्वार बंद है और मेरे बालक मेरे पास बिछौने पर है, इसलिए मैं उठकर तुझे दे नहीं सकता। मैं तुमसे कहता हूँ कि यदि उसका मित्र होने पर भी उससे उठकर ना दे, तो भी उसके लज्जा छोड़कर मांगने के कारण उसे जितनी आवश्यकता हो उतनी ही उठकर देगा। और मैं तुमसे कहता हूँ कि मांगो तो मैं तुम्हें दिया जाएगा, ढूंढो तो तुम पाओगे, खटखटाओ तो तुम्हारे लिए खोला जाएगा। क्योंकि जो कोई मांगता है वह उसे मिलता है, और जो कोई ढूंढता है वह पाता है, पर जो खटखटाता है उसके लिए खोला जाएगा। पर तुम में से ऐसा कौन पिता होगा कि जब वह उसका पुत्र रोटी मांगे तो उससे पत्थर दे, या मछली मांगे तो मछली के बदले में उसे सांप दे, या अंडा मांगे तो उसे बिच्छू दे। अतः जब तुम बुरे होकर अपने बच्चों को अच्छी वस्तुएं देना जानते हो, तो स्वर्गीय पिता अपने मांगने वाले को पवित्र आत्मा क्यों ना देगा। फिर उसने एक उंगली ਸਿਸਟਰ ਜੀ ਇੱਥੇ ਤੱਕ ਅਸੀਂ ਦੇਖਣਾ ਸੀ। ਲੇਕਿਨ ਹੁਣ ਅਗਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਾਈਏ ਤਾਂ ਕੀ ਇਹਨਾਂ ਨੂੰ ਦੁਆ ਕਰਨੀ ਨਹੀਂ ਸੀ ਆਉਂਦੀ? ਇਹ ਸਾਰੇ ਦੇ ਸਾਰੇ ਯਹੂਦੀ ਆ, ਜਿੰਨੇ ਵੀ ਬੈਠੇ ਹੋ ਪ੍ਰਭੂ ਦੇ ਅੱਗੇ ਸਾਰੇ ਯਹੂਦੀ, ਇਹਨਾਂ ਨੂੰ ਦੁਆ ਕਰਨੀ ਨਹੀਂ ਆਉਂਦੀ? ਜਦੋਂ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਉਦੋਂ ਤੋਂ ਇਹਨਾਂ ਨੂੰ ਦੁਆ ਕਰਨੀ ਸਿਖਾਈ ਜਾਂਦੀ। ਇਹਨਾਂ ਨੂੰ ਸਭ ਤੋਂ ਪਹਿਲਾਂ ਸ਼ਮਾ ਸਿਖਾਇਆ ਜਾਂਦਾ ਦੁਆ ਦਾ ਕਿ हे इज़राइल, ਜਿਹੜਾ ਤੇਰਾ ਪ੍ਰਭੂ ਤੇਰਾ ਪਰਮੇਸ਼ਰ ਔਰ ਇੱਕੋ ਹੀ ਪਰਮੇਸ਼ਰ ਤੇਰਾ ਪ੍ਰਭੂ ਆ। ਉਹ ਸਭ ਤੋਂ ਪਹਿਲਾਂ ਇਹਨਾਂ ਨੂੰ ਸਿਖਾਇਆ ਜਾਂਦਾ। ਅਗਰ ਇਹਨਾਂ ਨੂੰ ਦੁਆ ਨਹੀਂ ਕਰਨੀ ਆਉਂਦੀ ਤਾਂ ਕਿਸੇ ਨੂੰ ਵੀ ਦੁਆ ਨਹੀਂ ਕਰਨੀ। ਲੇਕਿਨ ਉਹ ਕਿਹੜੀ ਦੁਆ ਦੀ ਗੱਲ ਕਰਦੇ? ਪ੍ਰਭੂ ਦੇ ਵਚਨ ਦੇ ਵਿੱਚ ਕਦੀ ਵੀ ਕਿਸੇ ਵੱਡੇ ਮਿਰਾਕਲ ਨੂੰ ਦੇਖਦਾ ਉਸ ਤੋਂ ਪਹਿਲਾਂ ਜਾਂ ਪ੍ਰਭੂ ਯਿਸੂ ਨੇ ਉੱਥੇ ਦੁਆ ਕੀਤੀ ਆ, ਜਾਂ ਉਸ ਤੋਂ ਪਹਿਲਾਂ ਉਹ ਦੁਆ ਕਰਨ ਗਿਆ ਪਹਾੜ ਦੇ ਉੱਤੇ, ਔਰ ਜਿਸਲੇ ਥੱਲੇ ਆਉਂਦਾ ਪਿਆ ਤੇ ਦਨ 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 ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ ਮਿਰਾਕਲ ਅਸੀਂ ਦੇਖਦੇ। ਦੁਆ ਤਾਂ ਕਹਿੰਦੇ ਅਸੀਂ ਵੀ ਕਰਦੇ, ਪਰ ਤੂੰ ਵੀ ਦੁਆ ਕਰ ਉਹ ਸਿਖਾ। ਉਹ ਇਸ ਚੀਜ਼ ਦੇ ਪਿੱਛੇ, that's the main reason। और प्रभु यीशु मसीह ने जो दूसरी आयत ਦੇ ਵਿੱਚ ਦੇਖੋ, ਯਿਸੂ ਨੇ ਚੇਲਿਆਂ ਨੂੰ ਕਿਹਾ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਸ ਤਰ੍ਹਾਂ ਕਰੋ, हे पिता तेरा नाम पवित्र ਮੰਨਿਆ ਜਾਏ, तेरा राज आए। राज ਕਿਹਦੇ ਤੇ ਆਏ? दुनिया ते आए नहीं, इस मंदिर दे उत्ते आए, इस मंदिर ते तेरी हजूरी आए, इस मंदिर ते तेरा राज आए। साड़ियां सारियां बरकतां उहदे विच, उस चीज दे विच छुपी, सब कुछ उहदे विच छुपी। ਸਾਡੀ ਰੋਜ਼ ਦੀ ਰੋਟੀ ਸਦਾ ਸਾਨੂੰ ਦੇ, ਸਾਡੇ ਪਾਪਾਂ ਨੂੰ ਮਾਫ ਕਰ। ਜੇ ਪਾਪ ਲੈ ਕੇ ਹੀ ਨਹੀਂ ਜਾਵਾਂਗੇ ਉਹਦੀ ਅੱਗੇ ਤੇ ਕਿਹੜੇ ਪਾਪ ਨੂੰ ਉਹ ਮਾਫ ਕਰੇ? ਜੇ ਮੈਂ ਉਹਦੇ ਅੱਗੇ ਲੈ ਕੇ ਜਾਊਂਗਾ ਕਿ ਪ੍ਰਭੂ ਜੀ ਮੈਂ ਮੱਕਾਰ ਹਾਂ, ਮੇਰੀ ਸੋਚ ਦੇ ਵਿੱਚ ਆ ਗੰਦਗੀ ਆ,
मैं चोर हाँ, मैं झूठा हाँ, मैं झूठ बोलिया, देख मैं झूठ बोलिया हूं, मैं अपने भरा दे नाल झूठ बोलिया हूं कि ए प्रभु तेनू चंगा लगा कि मैं तेरे लिए हुण सुगंध बली हाँ कि मैं बदबू हाँ, कि मैं सड़ा हूं। इस समंदर नू स्वच्छ करना असीं, और ये स्वच्छ तद ही होना जे असीं लैके जावांगे ਉਹਦੇ ਕੋਲ। और माफ करन दी ताकत कित्थों आएगी? हे प्रभु कहंदा साडियां पापां नू माफ कर जिस तरह असीं अपने पाप करन वालियां नू माफ कीता। किद्दां करांगे? जिसलिए असीं अपना गुनाह प्रभु दे कोल लैके जावां और असीं देखांगे कि मेरी अंदरी मेरे अंतकरण दे विच फर्क आ रहा, मेरी जिंदगी च फर्क आ रहा, तो मेरे लिए वो एक ऐसी खुशी अंदर होएगी कि मेरा किसी का गुनाह मैं माफ करना कोई औखा नहीं होएगा, मेरे कोई बड़ी गल नहीं होगी। एक मेरा गुनाह माफ हो गया, मैनू उस चीज की खुशी, एक मैं किसी जिहदे अंदर रड़क रखी हुई सी, वो अपने अंदर उस क्लू लाया सीगा सिर दे विच, जिहड़ा दिन रात मैनू परेशान करदा पिया सी, वो कढ के मैं बाहर सुट दिता। वो मैनू अपने आप में चैन मिल गई। अगले ने भावें मन्निया चाहे ना मन्निया, दैट्स नॉट अबाउट द अदर पीपल, इट्स अबाउट मी। मैं अपने आप को जेल दे विचों बाहर कढ लिया, या तो क्योंकि माफी ना देनी और माफी ना मंगनी, ਅਸੀਂ ਆਪਣੇ ਆਪ ਨੂੰ ਇੱਕ ਐਸੀ ਜੇਲ੍ਹ ਦੇ ਵਿੱਚ ਸੁੱਟ ਲੈਂਦੇ ਆ, ਕਿਉਂਕਿ ਉਹ ਪਿੱਛਾ ਤਾਂ ਨਹੀਂ ਛੱਡਦੀ ਸ਼ੈਤਾਨ ਨੇ। ਉਹ ਦੋ ਚੀਜ਼ਾਂ ਤੁਹਾਨੂੰ ਯਾਦ ਕਰਾਈ ਚਲੀ ਜਾਣ, ਦਿਨ ਰਾਤ ਉਹਨੇ ਉੱਤੇ ਕੰਮ ਕਰਨਾ। ਆਹ ਤਾਂ ਤੇਰੇ ਹਾਲੇ ਦਿਲ ਦੇ ਵਿੱਚ, ਤੂੰ ਆਪਣੇ ਆਪ ਨੂੰ ਸਮਝਦਾ ਕੀ? when I done, ਜਦ ਮੈਂ ਉਹ ਕਲੀਅਰ ਕਰ ਲਿਆ, ਮੇਰੀ ਕੌਨਸ਼ੀਅਸ ਕਲੀਅਰ ਹੋ ਗਈ, ਦੂਏ ਬੰਦੇ ਨੂੰ ਉਸ ਦਾ ਕੋਈ ਫਾਇਦਾ ਨਹੀਂ ਹੋਇਆ, ਮੈਨੂੰ ਫਾਇਦਾ, ਕਿਉਂਕਿ ਉਸ ਚੀਜ਼ ਦੇ ਜੇਲ੍ਹ ਦੇ ਵਿੱਚ ਮੈਂ ਆਪਣੇ ਆਪ ਨੂੰ ਕੈਦ ਕੀਤਾ ਸੀ, ਮੇਰੀ ਆਤਮਾ ਕੈਦ ਸੀ। ਇਸ ਕਰਕੇ ਪ੍ਰਭੂ ਦਾ ਵਚਨ ਸਾਨੂੰ ਮਾਫ ਕਰਨ ਦੇ ਲਈ ਕਹਿੰਦਾ, ਪਰ ਉਸ ਤੋਂ ਪਹਿਲਾਂ ਇੱਕ ਮਾਫੀ ਦੀ ਖੁਸ਼ੀ ਸਾਡੇ ਅੰਦਰ ਹੋਣੀ ਚਾਹੀਦੀ ਹੈ। और माफी की खुशी उस वेले पैदा होती है कि जिस वेले मेरी जिंदगी च कोई ऐसा काम आ, प्रभु तुहाडे सारियां ते रहम करे, मेरी जिंदगी च कोई ऐसा काम आ, एक ऐसा कोई कंडा आ जिहड़ा मैनू पता कि ये पाप एक गलत, और जिसले मैं प्रभु दे कोल लैके जाना कि ओहदे तो प्रभु मैनू छुटकारा दिंदा जांदा और मेरे अंदर वो खुशी बढ़दी जांदी दिंदा। तो फिर एक ऐसा जिंदगी दे विच एक ऐसा भरपूर प्रभु की हजूरी, प्रभु की खुशी आती है कि सानू किसी नूं भी माफ करना औखा नहीं लगता, क्योंकि वो एक ऐसे आनंद दे विच सानू प्रभु दे आनंद दे विच लै जांदा। और खास करके जिहड़ी असीं सुबह और शाम की साडी जिहड़ी वो शुक्रगुजारी है, जिहड़ी वो प्यार की सुगंध बली असीं प्रभु नूं चढ़ाउणी आ, ਜਿਹੜਾ ਕਿ ਉਹਨੇ ਸਾਨੂੰ ਪਿਆਰ ਕੀਤਾ ਤੇ ਅਸੀਂ ਉਸ ਨੂੰ ਜਿਹੜਾ ਪਿਆਰ ਕਰਦੇ ਹਾਂ, ਉਹ ਜਿਸ ਲਈ ਚੜਾਉਂਦੇ ਹਾਂ, ਉਹਦੇ ਵਿੱਚ ਇੱਕ ਆਨੰਦ ਹੋਏਗਾ, ਉਹਦੇ ਵਿੱਚ ਇੱਕ ਰਹਿਮ ਹੋਏਗਾ, ਪ੍ਰਭੂ ਦੀ ਇੱਕ ਸ਼ਾਂਤੀ, ਇੱਕ ਆਰਾਮ ਹੋਏਗਾ। ਔਰ ਜਿਸ ਲਈ ਸਾਨੂੰ ਉਸ ਆਰਾਮ, ਉਸ ਸ਼ਾਂਤੀ, ਉਸ ਪਿਆਰ ਦਾ ਇੱਕ ਵਾਰੀ ਚਸਕਾ ਪੈ ਗਿਆ, ਚਸਕਾ ਪੈ ਗਿਆ। इसी उन्होंने क्या सी, चार चीज़ां रलाउण नूं क्या सी, राइट, कि आह चार सुगंधियां इहदे विच रलाउण। इसे तरह ही जिहड़ी साडे लई आ वो वफादारी है, राइट,
ਉਹ ਪ੍ਰਭੂ ਦੀ ਵਫਾਦਾਰੀ ਹੈ, ਉਹ ਉਸਦਾ ਪਿਆਰ, ਉਸਦੀ ਸ਼ਾਂਤੀ ਹੈ, ਉਸਦਾ ਆਰਾਮ ਔਰ ਉਸਦੀ ਦਇਆ। ਔਰ ਪੰਜਵੀਂ ਚੀਜ਼ ਜਿਹੜੀ ਆ, ਉਸਨੇ ਕਿਹਾ ਲਹੂ ਲਾਈ, ਔਰ ਉਹ ਯਸੂ ਦਾ ਲਹੂ। ਇਹਨਾਂ ਚੀਜ਼ਾਂ ਦੀ ਸੁਗੰਧ ਬਲੀ ਸਾਡੀ ਬਣਦੀ ਹੈ। ਔਰ ਜਿਸ ਲਈ ਅਸੀਂ ਜਾਣਦੇ ਹਾਂ ਔਰ ਅਸੀਂ ਸਿਰਫ ਉਸਦੀ ਵਫਾਦਾਰੀ ਦੇ ਲਈ ਉਸਦਾ ਸ਼ੁਕਰ ਕਰਦੇ ਔਰ ਆਪਣਾ ਜੋ ਅੰਦਰ ਆ ਉਹ ਲੈ ਕੇ ਬਾਹਰ ਆਉਂਦੇ, ਤਾਂ ਉਸ ਤੋਂ ਮੰਗਦੇ ਤੋਂ ਜੀ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਆ ਕਰ, ਤੇਰੇ ਮੰਦਿਰ ਦੇ ਵਿੱਚ ਇੱਥੇ ਪ੍ਰੋਬਲਮ, ਉੱਥੇ ਆਪਣੀ ਧੂਫ ਛਿੜਕ ਔਰ ਪਵਿੱਤਰ ਕਰ। ਔਰ ਫਿਰ ਜਿਹੜਾ ਉਹ ਆਨੰਦ ਖੁਸ਼ੀ ਹੋਏਗੀ ਨਾ, ਔਰ ਜਿਹੜਾ ਪ੍ਰਭੂ ਦੇ ਨਾਲ ਪਿਆਰ ਹੋਏਗਾ, ਜਿਸ ਵੇਲੇ ਵੀ ਫਿਰ ਕੋਈ ਐਸੀ ਚੀਜ਼ ਉਹਦੇ ਵਿੱਚ ਆ ਕੇ ਰੜਕਾ ਪਾਏਗੀ ਨਾ, ਉਹਦੇ ਲਈ ਦਰਵਾਜ਼ਾ ਬੰਦ ਹੋ, ਦਰਵਾਜ਼ਾ ਬੰਦ ਹੋ। ਜਿੱਦਾਂ ਕਿ ਬਹੁਤ ਸਾਰੇ ਜਿਹੜੇ ਚਿੱਟੇ ਰਾਜਮਾ ਹੁੰਦੇ ਆ, ਉਹਨਾਂ ਦੇ ਵਿੱਚ ਕਦੇ ਇੱਕ ਕਾਲਾ ਦਾਣਾ ਡਿੱਗ ਪਵੇ ਤਾਂ ਦੂਰੋਂ ਹੀ ਦੱਸਦਾ ਇਹ ਕਾਲਾ, ਏਦਾਂ ਦੱਸਣਾ ਸ਼ੁਰੂ ਹੋ ਗਿਆ। ਸਾਨੂੰ ਅਸੀਂ ਆਪਣੇ ਅੰਤਕਰਨ ਨੂੰ ਤਾਂ ਕਵਰ ਅਪ ਨਹੀਂ ਕਰ ਸਕਦੇ, ਕਿਉਂਕਿ ਜੇ ਕਰਾਂਗੇ ਜ਼ਿੰਦਗੀ ਨਹੀਂ ਬਦਲੇਗੀ। ਜ਼ਿੰਦਗੀ ਜਿਹੜੀ ਬਦਲਦੀ, ਬੁੱਧੀ ਸਮਝ ਜਿੰਨੀ ਮਰਜ਼ੀ ਹੈ, ਜਿੱਦਾਂ ਕਿ ਨੌਲੇਜ ਦਾ ਕੀ ਹੈ, ਨੌਲੇਜ ਤਾਂ ਪ੍ਰਭੂ ਕਿਸੇ ਨੂੰ ਵੀ ਦੇ ਸਕਦਾ। ਜੇ ਗਧਾ ਜੇ ਬੋਲ ਸਕਦਾ, ਜੇ ਗਧਾ ਨਬੀ ਦੇ ਨੂੰ ਸਮਝਾ ਸਕਦਾ, ਤੇ ਨੌਲੇਜ ਕਿਸੇ ਨੂੰ ਵੀ ਆ ਸਕਦੀ ਹੈ। ਇਟਸ ਨਾਟ ਅ ਬਿਗ, ਇਟਸ ਨਾਟ ਅ ਬਿਗ ਥਿੰਗ। ਨੌਲੇਜ ਦੀ ਗੱਲ ਨਹੀਂ ਹੈ, ਰਿਸ਼ਤੇ ਦੀ ਗੱਲ, ਤਾਕਤ ਦੀ ਗੱਲ ਨਹੀਂ ਜੀ, ਹਜ਼ੂਰੀ ਦੀ ਗੱਲ। It's not about power, it's about presence. ਮੇਰੀ ਜ਼ਿੰਦਗੀ ਚ ਉਸਦੀ ਕਿੰਨੀ ਪ੍ਰੈਜ਼ੈਂਸ ਆ। ਫਿਰ ਦੇਖੋ ਪ੍ਰਭੂ ਨੇ ਕਿੱਦਾਂ ਅੱਗੇ ਕਿਹਾ, ਕਹਿੰਦਾ ਸਾਨੂੰ ਪਰਖੇ ਜਾਣ ਤੋਂ ਬਚਾ। ਨਾ ਇਸ ਦੇ ਨਾਲ ਇੱਕ ਪ੍ਰਭੂ ਦਾ ਨਜ਼ਦੀਕੀ ਰਿਸ਼ਤਾ ਹੋ ਗਿਆ। ਫਿਰ ਪ੍ਰਭੂ ਨੇ ਦੋ ਐਗਜ਼ਾਮਪਲਾਂ ਦਿੱਤੀਆਂ ਜਿਹੜੀਆਂ ਕਿ ਦੁਨਿਆਵੀ। ਇੱਕ ਐਗਜ਼ਾਮਪਲ ਦਿੱਤੀ, ਉਹ ਬਿਸਤਰੇ ਤੋਂ ਉੱਠ ਕੇ ਉਸਨੂੰ ਨਹੀਂ ਰਹੇਗਾ, ਸੋ ਹਰ ਕੋਈ ਜੋ ਮੰਗਦਾ ਹੈ ਉਸਨੂੰ ਮਿਲਦਾ ਹੈ। ਲੇਕਿਨ ਜਿਹੜੀ ਪ੍ਰਭੂ ਨੇ ਅੱਗੇ ਚੀਜ਼ ਕਹੀ, ਕਹਿੰਦਾ 9ਵੀਂ ਆਇਤ ਦੇ ਵਿੱਚ, ਇਸ ਲਈ ਮੈਂ ਤੁਹਾਨੂੰ ਕਹਿੰਦਾ ਹੈ, ਮੰਗੋ ਤੁਹਾਨੂੰ ਦਿੱਤਾ ਜਾਵੇਗਾ, ਲੱਭੋ ਤੁਹਾਨੂੰ ਮਿਲੇਗਾ, ਖੜਕਾਓ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। ਕਿਹੜਾ ਦਰਵਾਜ਼ਾ? ਅਸੀਂ ਇਸ ਨੂੰ ਦੁਨਿਆਵੀ ਚੀਜ਼ ਚ ਇੰਨਾ ਜਲਦ, ਇੰਨਾ ਜ਼ੋਰ ਦੇ ਨਾਲ ਰਲਾ ਲਿਆ ਆ ਇਹਨਾਂ ਆਇਤਾਂ ਨੂੰ, ਕਿ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਪਏ ਕਿ ਪ੍ਰਭੂ ਨੇ ਸਾਡੀ ਆਤਮਾ ਦੇ ਲਈ ਸਾਨੂੰ ਹਿੱਸੇ ਦਿੱਤੇ ਹੋ। ਇਹ ਪ੍ਰਭੂ ਨੇ ਜਿਹਨੇ ਸਾਨੂੰ ਬਚਾਇਆ ਔਰ ਜਿਹੜਾ ਸਾਨੂੰ ਮਸੀਹ ਦੇ ਵਾਂਗ ਬਣਾਉਣਾ ਚਾਹੁੰਦਾ ਆ, ਇਹ ਸਾਡੇ ਲਈ ਦਿੱਤੇ ਗਏ। ਸਾਡੇ ਬਜ਼ੁਰਗਾਂ ਨੇ ਅਗਰ ਚਰਚ ਫਾਦਰਸ ਨੂੰ ਪੜ੍ਹੀਏ, ਜਿਨ੍ਹਾਂ ਨੇ ਜਿਹੜੇ ਪਹਿਲਾਂ ਹੋਏ ਆ, ਉਹਨਾਂ ਨੂੰ ਪੜ੍ਹੀਏ, they don't see these verses ਕਿ ਇਹ ਪ੍ਰਭੂ ਨੇ ਸਾਨੂੰ ਦੁਨਿਆਵੀ ਚੀਜ਼ਾਂ ਦੇਣ ਦੇ ਲਈ ਕਿਹਾ। ਉਹ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖਦੇ ਪਏ ਆ ਕਿ ਜੇ ਮੈਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੈਠੂੰਗਾ, ਜੇ ਮੈਂ ਦਰਵਾਜ਼ਾ ਖੜਕਾਉਂਗਾ ਤਾਂ ਉਹ ਖੋਲੇਗਾ। ਜੇ ਮੈਂ ਉਹਦੀ ਹਜ਼ੂਰੀ ਦੇ ਵਿੱਚ ਜਾ ਕੇ ਕੁਝ ਮੰਗੂੰਗਾ ਤਾਂ ਉਹ ਮੈਨੂੰ ਮਿਲੇਗਾ। ਯਾਨੀ ਕਿ ਉਹ ਆਪਣੀ ਉਸ ਜਿਹੜੀ ਆਪਣੇ ਅੰਤਕਰਨ ਦੀ ਜ਼ਿੰਦਗੀ ਨੂੰ, ਉਹ ਸਾਡੇ ਜਿੰਨੇ ਚਰਚ ਫਾਦਰਸ ਆ, ਬਜ਼ੁਰਗ ਆ, ਉਹ ਦੇਖਦੇ ਆ, ਜਿਨ੍ਹਾਂ ਨੇ ਪਹਿਲੇ 300 ਸਾਲ ਦੀਆਂ ਜਿਹੜੀਆਂ ਰਾਈਟਿੰਗਸ ਆ, ਅਗਰ ਉਹਨਾਂ ਨੂੰ ਦੇਖੀਏ, ਉਹ ਸਾਡੇ ਵਾਂਗੂ ਨਹੀਂ ਦੇਖਦੇ ਇਹਨਾਂ ਵਰਸਾਂ। ਉਹ ਦੇਖਦੇ ਹੈਗੇ ਆ ਆਪਣੇ ਅੰਤਕਰਨ ਦੇ ਲਈ, ਆਪਣੀ ਜ਼ਿੰਦਗੀ ਨੂੰ ਬਦਲਣ ਦੇ ਲਈ, ਕਿ ਪ੍ਰਭੂ ਕਿੱਦਾਂ ਸਾਨੂੰ ਬਦਲਣਾ ਮੰਗਦਾ ਆ, ਪ੍ਰਭੂ ਸਾਨੂੰ ਕਿਸ ਤਰ੍ਹਾਂ ਇੱਕ ਨਵਾਂ ਬਣਾਉਣਾ ਮੰਗਦਾ। ਉਹਨਾਂ ਦੇ ਵਿਚਾਰਿਆਂ ਦੇ ਤਾਂ ਮੌਤ ਦਿਨ ਰਾਤ ਅੱਗੇ ਪਿੱਛੇ ਦੌੜੀ ਫਿਰਦੀ ਸੀ। 325 ਦੇ ਵਿੱਚ ਜਾ ਕੇ ਕੌਂਸਟੈਂਟਾਈਨ ਨੇ ਪ੍ਰਭੂ ਦਾ
ਪ੍ਰਭੂ ਨੂੰ ਜ਼ਿੰਦਗੀ ਦੇ ਵਿੱਚ ਸਵੀਕਾਰ ਕੀਤਾ ਸੀ ਤਾਂ ਫੇਰ ਕਿਤੇ ਜਾ ਕੇ ਚਰਚ ਨੂੰ ਵਿਚਾਰੀ ਨੂੰ ਮਾੜੀ ਜਿਹੀ ਠੱਲ ਪਈ ਸੀ। ਨਹੀਂ ਤਾਂ ਜਿੰਨੇ ਪਹਿਲੇ ਐਂਪਰਰ ਹੋਏ ਆ ਉਹਨਾਂ ਨੇ ਤਾਂ ਚਰਚ ਨੂੰ ਰੋਲ ਕੇ ਰੱਖ ਦਿੱਤਾ ਸੀ। ਲੇਕਿਨ ਉਹ ਜਿੰਨਾ ਖੂਨ ਡੋਲਦਾ ਸੀ ਤਿਵਕੇ ਡੋਲਦੇ ਸੀ, ਹਰ ਤਿਵਕੇ ਤੋਂ ਮਸੀਹ ਪੈਦਾ ਹੁੰਦਾ ਸੀ। 325 ਦੇ ਵਿੱਚ ਜਾ ਕੇ ਕੌਂਸਟੈਂਟੀਨ ਨੇ ਜਦੋਂ ਪ੍ਰਭੂ ਨੂੰ ਅਸੈਪਟ ਕੀਤਾ ਆ ਤੇ ਫਿਰ ਜਾ ਕੇ ਚਰਚ ਜਿਹੜੀ ਸੀਗੀ ਉਹ ਐਸਟੈਬਲਿਸ਼ ਹੋਣੀ ਸ਼ੁਰੂ ਹੋਈ ਸੀ। ਨਹੀਂ ਤਾਂ ਛੋਟੇ ਛੋਟੇ ਗਰੁੱਪ ਹੀ ਸੀਗੇ। ਜਿਹੜੀਆਂ ਉਹਨਾਂ ਦੀਆਂ ਲਿਖਤਾਂ ਆ ਉਹ ਦੇਖਣ ਵਾਲੀਆਂ ਪੜ੍ਹਨ ਵਾਲੀਆਂ ਲਿਖਤਾਂ। ਇਸ ਕਰਕੇ ਹੁਣ ਦੇਖੋ ਉਹਨਾਂ ਪ੍ਰਭੂ ਨੇ ਕਿੰਨੇ ਪਿਆਰ ਦੇ ਨਾਲ ਔਰ ਕਿੰਨੀ ਆਪਣੀ ਹਜ਼ੂਰੀ ਦੇ ਨਾਲ ਇਹ ਚੀਜ਼ ਦੱਸਿਆ, ਕਿਉਂਕਿ ਇਹ ਚੀਜ਼ਾਂ ਨੂੰ ਦੇਖਣਾ ਜ਼ਰੂਰੀ ਆ, ਅਦਰਵਾਈਜ਼ ਅਸੀਂ ਬਹੁਤ ਕੁਝ ਮਿਸ ਕਰ ਜਾਵਾਂਗੇ। ਦੇਖੋ ਕਹਿੰਦਾ ਪ੍ਰਭੂ ਨੇ ਕਿਹਾ ਤੁਹਾਡੇ ਵਿੱਚੋਂ ਕੌਣ ਪਿਤਾ ਹੈ, ਯਾਨੀ ਕਿ that is him, ਬਾਪ ਔਰ ਅਸੀਂ ਬੱਚੇ। ਕੌਣ ਪਿਤਾ ਹੈ ਜੇਕਰ ਉਸਦਾ ਪੁੱਤਰ ਉਸਦੇ ਕੋਲੋਂ ਮੱਛੀ ਮੰਗੇ ਤਾਂ ਕੀ ਉਸ ਨੂੰ ਸੱਪ ਦੇਵੇਗਾ? ਜੇਕਰ ਉਹ ਆਂਡਾ ਮੰਗੇ ਤਾਂ ਕੀ ਉਹ ਪੁੱਤਰ ਨੂੰ ਬਿੱਛੂ ਦੇਵੇਗਾ? ਜਦੋਂ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ ਤਾਂ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਹੀਂ ਦੇਗਾ? Now that is the main thing. That is the main thing. ਜਿਹੜੀ ਸੁਬਹ ਔਰ ਮੇਰੀ ਸ਼ਾਮ ਦੀ ਜਿਹੜੀ ਦੁਆ ਆ, ਜਿਸ ਦੇ ਵਿੱਚ ਕੋਈ ਹੋਰ ਨਹੀਂ, ਸਿਰਫ ਮੈਂ ਤੇ ਮੇਰਾ ਪ੍ਰਭੂ, ਮੇਰਾ ਅੰਤ ਕਰਨ ਤੇ ਉਸਦਾ ਆਤਮਾ ਹੈ, ਜੋ ਇੱਕ ਪ੍ਰੈਕਟਿਸ, ਜੋ ਆਪਣੇ ਆਪ ਨੂੰ ਓਬੀਡੀਐਂਸ ਰੱਖਣ ਦੀ ਇੱਕ ਪ੍ਰੈਕਟਿਸ ਕਿ ਨਹੀਂ ਇਹ ਜਿਹੜਾ ਸਮਾਂ ਇਹ ਸਿਰਫ ਮੇਰਾ ਤੇ ਮੇਰਾ ਪ੍ਰਭੂ। ਔਰ ਜਿਸ ਵੇਲੇ ਪ੍ਰਭੂ ਕੋਈ ਚੀਜ਼ ਦਿਖਾਉਂਦਾ ਮੇਰੀ ਜ਼ਿੰਦਗੀ ਚ ਉਸ ਦੇ ਵਿੱਚ ਉਸਨੂੰ ਪ੍ਰਭੂ ਦੇ ਕੋਲ ਲੈ ਕੇ ਜਾਣਾ। ਔਰ ਜਿਸ ਲਈ ਉਹ ਜਗ੍ਹਾ ਖਾਲੀ ਹੋਏਗੀ ਤਾਂ ਉਹਦੀ ਜਗ੍ਹਾ ਤੇ ਪ੍ਰਭੂ ਆਪਣੇ ਆਤਮਾ ਭਰੇਗਾ, ਉੱਤੇ ਆਪਣੀ ਹਜ਼ੂਰੀ ਦੇ ਨਾਲ ਉਸਨੂੰ ਮਮੂਰ ਕਰੇਗਾ, ਭਰੇਗਾ। ਇਹ ਉਹਦਾ ਪ੍ਰੋਮਿਸ ਹੈ। ਔਰ ਫਿਰ ਅਸੀਂ ਪ੍ਰਭੂ ਦੇ ਲਈ ਸੁਗੰਧ ਬਲੀ ਬਣ ਸਕਦੇ ਹਾਂ। ਸੋ ਇਸੇ ਕਰਕੇ ਪ੍ਰਭੂ ਦਾ ਬੰਦਾ ਇੱਥੇ ਕਹਿ ਰਿਹਾ, ਜਿਸ ਲਈ ਅਸੀਂ 5ਵੇਂ ਭਾਗ ਦੇ ਵਿੱਚ ਆਉਂਦੇ ਹਾਂ, ਕਹਿੰਦਾ ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ। ਵਾਓ, ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ, ਉਹ ਤੁਹਾਨੂੰ ਪਿਆਰ ਕਰਦਾ ਹੈ, ਇਸ ਲਈ ਤੁਸੀਂ ਉਸਦੇ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰੋ। ਪਿਆਰ ਵਾਲਾ ਜੀਵਨ ਗੁਜ਼ਾਰੋ ਜਿਸ ਤਰ੍ਹਾਂ ਮਸੀਹ ਨੇ ਸਾਨੂੰ ਪਿਆਰ ਕੀਤਾ। ਔਰ ਜਿਸ ਲਈ ਉਸਨੇ ਸਾਨੂੰ ਪਿਆਰ ਕੀਤਾ, ਕੀ ਕੀਤਾ? ਮਸੀਹ ਨੇ ਸਾਨੂੰ ਪਿਆਰ ਕੀਤਾ, ਆਪਣੇ ਆਪ ਨੂੰ ਇੱਕ ਸੁਗੰਧ ਬਲੀ ਦੀ ਤੌਰ ਤੇ ਸਾਡੇ ਵਾਸਤੇ ਪਰਮੇਸ਼ਵਰ ਦੀ ਅੱਗੇ ਚੜਾ ਦਿੱਤਾ। ਹੁਣ ਅੱਗੇ ਦੇਖੋ ਕੀ ਹੁੰਦਾ। ਤੁਸੀਂ ਪਰਮੇਸ਼ਵਰ ਦੇ ਲੋਕ ਹੋ। ਪਹਿਲਾਂ ਬੱਚੇ, ਜਿਹੜੀ ਪਹਿਲੀ ਚੀਜ਼, ਤੁਸੀਂ ਪਰਮੇਸ਼ਵਰ ਦੇ ਸੰਤਾਨ, ਔਰ ਤੁਹਾਡਾ ਔਰ ਪਰਮੇਸ਼ਵਰ ਦਾ ਇੱਕ ਰਿਸ਼ਤਾ ਹੋਣਾ ਚਾਹੀਦਾ, ਪਿਆਰ ਦਾ ਰਿਸ਼ਤਾ। ਪਿਆਰ ਦਾ ਰਿਸ਼ਤਾ। ਪ੍ਰਭੂ ਮੇਰਾ ਵੇਟਰ ਨਹੀਂਗਾ, ਉਹ ਬਹਿਰਾ ਨਹੀਂਗਾ, ਮੇਰਾ ਪ੍ਰਭੂ ਆ। ਉਹਦਾ ਤੇ ਮੇਰਾ ਇੱਕ ਪਿਆਰ ਦਾ ਰਿਸ਼ਤਾ ਹੋਣਾ ਚਾਹੀਦਾ। ਇੱਕ ਸਮਾਂ ਮੇਰਾ ਐਸਾ ਹੋਣਾ ਚਾਹੀਦਾ ਜਿਹੜਾ ਮੈਂ ਉਹਦੇ ਨਾਲ ਸੁਬਾਹ ਸ਼ਾਮ 5 ਤੋਂ 10 ਮਿੰਟ ਉਹਦੇ ਨਾਲ ਬਿਤਾਵਾਂ ਔਰ ਧੰਨਵਾਦ ਕਰਦਾ ਵਾਪਸ। ਯਾਦ ਰੱਖੋ, ਸਾਨੂੰ ਜਿਸ ਲਈ ਉਹ ਸਾਡਾ ਅੰਤਕਰਨ ਪੜਨਾ ਸ਼ੁਰੂ ਕਰ ਦਿੰਦਾ ਔਰ ਅੰਤਕਰਨ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਔਰ ਅੰਦਰੋਂ ਉਹ ਗੰਦ ਕੱਢਣਾ ਸ਼ੁਰੂ ਕਰ ਦਿੰਦਾ ਜੋ ਆਦਮ ਦੇ ਵੇਲੇ ਤੋਂ ਸਾਡੇ ਨਾਲ। ਤੇ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਮਿਲ ਜਾਏ, ਚਾਹੇ ਬਾਦਸ਼ਾਹਤ ਮਿਲ ਜਾਏ, ਤਾਂ ਵੀ ਉਹ ਵੀ ਜਿੱਦਾਂ ਯਿਸੂ ਨੇ ਠੁਕਰਾਤੀਆਂ ਸੀ, ਇਸ ਤਰ੍ਹਾਂ ਠੁਕਰਾ ਕੇ ਚਲੀ ਜਾਊਗਾ। ਉਹ ਜਿਹੜਾ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜਾ ਦੱਸਿਆ ਗਿਆ ਸੀਗਾ, ਉਹ ਤਾਂ ਤਦ ਜਾਵੇਗਾ ਜਦ ਅਸੀਂ ਉਸਨੂੰ ਉਹਦੇ ਹੱਥਾਂ ਦੇ ਵਿੱਚ ਦੇਵਾਂਗੇ। ਫਿਰ ਰਹਿਮ ਹੋਏਗਾ ਪ੍ਰਭੂ ਦਾ।
ਇਸ ਕਰਕੇ ਉਹ ਕਹਿੰਦਾ ਨੰਬਰ 2 ਜਿਹੜਾ ਦੂਸਰਾ ਆ ਪਾਠ ਇਸ ਦਾ, ਤੁਸੀਂ ਪਰਮੇਸ਼ਰ ਦੇ ਲੋਕ ਹੋ, ਇਸ ਲਈ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਵਿਚਾਰ, ਅਸ਼ੁੱਧਤਾ, ਲੋਭ ਦੀ ਚਰਚਾ ਨਹੀਂ ਹੋਣੀ ਚਾਹੀਦੀ। ਨਾ ਹੀ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਖਰਬਾਪਨ, ਮੂਰਖਤਾ, ਦੋ ਅਰਥੀ ਭਾਸ਼ਾ ਦੀ ਵਰਤੋਂ ਹੋਵੇ। ਬਸ ਤੁਹਾਡੇ ਵਿੱਚ ਇੱਕ ਚੀਜ਼ ਹੋਵੇ, ਪਰਮੇਸ਼ਰ ਦਾ ਧੰਨਵਾਦ ਕਰਨਾ, ਔਰ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਜਾਣ ਲਵੋ ਕਿ ਇਹੋ ਜਿਹਾ ਕੋਈ ਮਨੁੱਖ ਵੀ ਜੋ ਕਿਸੇ ਤਰ੍ਹਾਂ ਵਿਚਾਰ, ਅਸ਼ੁੱਧਤਾ ਅਰਥਾਤ ਮੂਰਤੀ ਪੂਜਾ, ਲੋਭ ਅਤੇ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦਿੰਦਾ ਹੈ, ਉਹ ਮਸੀਹ ਅਤੇ ਪਰਮੇਸ਼ਰ ਦੇ ਰਾਜ ਦਾ ਕਿਸੇ ਤਰ੍ਹਾਂ ਭਾਗੀ ਨਹੀਂ ਹੋ ਸਕਦਾ। ਹਰ ਚੀਜ਼ ਉਸਦੇ ਰਾਜ ਤੋਂ ਹੁੰਦੀ ਹੈ। ਅਸੀਂ ਹਮੇਸ਼ਾ ਕਹਿੰਦੇ ਮੇਰੀ ਦੁਆ ਨਹੀਂ ਸੁਣੀ, ਫਿਰ ਜਿਹੜੇ ਸਪੈਸ਼ਲਿਸਟ ਆ ਉਹਨਾਂ ਕੋਲ ਦੌੜਦੇ। ਪਤਾ ਨਹੀਂ ਲੋਕ ਹਜ਼ਾਰਾਂ ਡਾਲਰ ਖਰਚ ਕੇ ਇੰਡੀਆ ਤੋਂ ਪਾਸਟਰ ਆਇਆ ਹੈ, ਉਤੋਂ ਦੁਆ ਕਰਾਉਣ ਜਾਣਾ, ਟੋਰਾਂਟੋ, ਵੈਨਕੂਵਰ, ਇੱਧਰ ਉੱਧਰ ਭੱਜਦੇ। ਮੈਂ ਤੁਹਾਨੂੰ ਦੱਸਦਾ, ਜ਼ਿੰਦਗੀ ਦੇ ਵਿੱਚ ਮੈਂ ਪ੍ਰਭੂ ਦਾ ਸ਼ੁਕਰ ਕਰਦਾ, ਕੰਨ ਖਿੱਚਦਾ ਪਿਆ, ਦੁੱਖ ਲੱਗਦਾ ਪਿਆ, ਕਦੀ ਵੀ ਪ੍ਰਭੂ ਨੇ ਇਹ ਮੌਕਾ ਨਹੀਂ ਦਿੱਤਾ ਕਿ ਮੈਂ ਕਿਸੇ ਸਪੈਸ਼ਲਿਸਟ ਕੋਲ ਦੁਆ ਕਰਾਂ। ਮੈਨੂੰ ਇਸ ਚੀਜ਼ ਦਾ ਪਤਾ ਹੁੰਦਾ, ਜਾਂ ਮੇਰੀ ਜ਼ਿੰਦਗੀ 'ਚ ਕੋਈ ਗੰਦਗੀ ਹੈ, ਜਾਂ ਮੇਰੀ ਜ਼ਿੰਦਗੀ 'ਚ ਕੋਈ ਗੁਨਾਹ ਹੈ, ਜਿਸ ਦੇ ਨਾਲ ਮੇਰਾ ਉਸ ਦੇ ਨਾਲ ਰਿਸ਼ਤਾ ਖਰਾਬ ਹੋ ਗਿਆ, ਔਰ ਉਹ ਉਨੀ ਦੇਰ ਤੱਕ ਨਹੀਂ ਠੀਕ ਹੋਣਾ ਜਿੰਨੀ ਦੇਰ ਤੱਕ ਉਸ ਨੂੰ ਮੈਂ ਉਹਦੇ ਅੱਗੇ ਰੱਖ ਦਿੱਤਾ। ਬਸ ਮੈਨੂੰ ਇੱਕ ਬਹੁਤ ਸੋਹਣੀ ਸਟੋਰੀ ਸੁਣਾਉਂਦੇ ਹੁੰਦੇ ਸੀ ਕਿ ਨਹਿਰ ਤੋਂ ਪਾਣੀ ਜਿੱਦਾਂ ਮਿਲਦਾ ਹੁੰਦਾ ਸੀ ਜਿਸ ਇਲਾਕੇ ਦੇ ਵਿੱਚ ਉਸ ਵੇਲੇ, ਤੇ ਸਾਰਿਆਂ ਨੂੰ ਟਾਈਮ ਦੇ ਹਿਸਾਬ ਦੇ ਨਾਲ ਉਹ ਨਹਿਰ ਤੋਂ ਪਾਣੀ ਮਿਲਦਾ ਹੁੰਦਾ ਸੀ। ਸੋ ਜਿਸ ਬੰਦੇ ਦੀ ਵਾਰੀ ਸੀਗੀ, ਟਾਈਮ ਸੀਗਾ, ਉਹਨੇ ਉਧਰੋਂ ਬੰਦੇ ਨੇ ਨਹਿਰ ਤੋਂ ਪਾਣੀ ਛੱਡ ਦਿੱਤਾ। ਕਹਿੰਦਾ ਵੀ ਹੁਣ ਤੇਰੀ ਵਾਰੀ ਆ। ਉਡੀਕਦਾ ਰਿਹਾ, ਪਾਣੀ ਨਹੀਂ ਆਇਆ। ਕਹਿੰਦਾ ਯਾਰ ਚੰਗੀ ਗੱਲ ਆ, ਪਾਣੀ ਨਹੀਂ, ਵੀ ਮੈਂ ਇੱਥੇ ਬੰਦੇ ਰੱਖੇ ਹੋ ਆ, ਇਹਨਾਂ ਦੀ ਮੈਂ ਦਿਹਾੜੀ ਦਿੰਦਾ ਪਿਆ। ਕਹਿੰਦਾ ਜਾ ਕੇ ਦੇਖ ਕੇ ਪਾਣੀ ਛੱਡਿਆ ਵੀ ਉਹਨੇ ਕਿ ਨਹੀਂ। ਜਿਸ ਲਈ ਉਹ ਗਏ ਤੇ ਰਸਤੇ ਦੇ ਵਿੱਚ ਪਾਣੀ ਦੀ ਜਿਹੜੀ ਨਾਲ ਆਉਂਦੀ ਪਈ ਸੀ, ਉਹਦੇ ਵਿੱਚ ਮੱਝ ਬੈਠੀ ਹੋਈ ਸੀ। ਇਸ ਕਰਕੇ ਪਾਣੀ ਨਹੀਂ ਸੀ। ਉਹ ਜ਼ਿੰਦਗੀ ਦਾ ਪਾਣੀ ਜਿਹੜਾ ਪ੍ਰਭੂ ਕਹਿੰਦਾ, ਉਹ ਪਾਣੀ ਜਿਹੜਾ ਮੈਂ ਪੀਣ ਨੂੰ ਤੈਨੂੰ ਦਊਂਗਾ, ਫਿਰ ਤੈਨੂੰ ਪਿਆਸ ਨਹੀਂ ਲੱਗੇ। ਉਹ ਖਾਣਾ ਜਿਹੜਾ ਤੈਨੂੰ ਮੈਂ ਦਊਂਗਾ, ਤੈਨੂੰ ਭੁੱਖ ਨਹੀਂ ਲੱਗੀ। ਪਰ ਕੀ ਕਿਤੇ ਕੋਈ ਮੱਝ ਤਾਂ ਨਹੀਂ ਬੈਠੀ ਹੋ ਰਸਤੇ? ਉਹ ਮੱਝਾਂ ਕਿਹੜੀਆਂ ਆ? ਆਹ 4-5 ਉਹਨਾਂ ਨੇ ਗਣਾਈਆਂ ਕਿ ਤੁਹਾਡੇ ਵਿੱਚ ਕਿਸੇ ਤਰ੍ਹਾਂ ਦੀ ਵਿਚਾਰ, ਅਸ਼ੁੱਧਤਾ, ਲੋਭ ਦਾ ਚਰਚਾ, ਖਰਬਾਪਨ, ਮੂਰਖਤਾ, ਦੋ ਅਰਥੀ ਭਾਸ਼ਾ। ਉਸ ਤੋਂ ਬਾਅਦ ਉਸਨੇ ਕਿਹਾ ਕਿ ਵਿਚਾਰ, ਅਸ਼ੁੱਧਤਾ ਅਰਥਾਤ ਮੂਰਤੀ ਪੂਜਾ, ਯਾਨੀ ਕਿ ਇਹ ਜਿਹੜੀਆਂ ਚੀਜ਼ਾਂ ਆ, ਸਾਡਾ ਲੋਭ, ਮੋਹ, ਜਿਹੜਾ ਅਹੰਕਾਰ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਪ੍ਰਭੂ ਤੋਂ ਦੂਰ ਕਰਦੀਆਂ, ਇਹ ਸਾਡਾ ਉਸ ਰਿਸ਼ਤੇ ਦੇ ਵਿੱਚ ਇਹ ਮੱਝਾਂ ਆ। ਔਰ ਇਹ ਮੱਝਾਂ ਉਸ ਲਈ ਜਾਂਦੀਆਂ ਜਿਸ ਲਈ ਇਹਨਾਂ ਨੂੰ ਅਸੀਂ ਪ੍ਰਭੂ ਦੇ ਅੱਗੇ ਪੇਸ਼ ਕਰ। ਇਹ ਸਫਾਈ ਉਸ ਲਈ ਅੰਤ ਕਰਨ ਦੀ ਹੁੰਦੀ ਹੈ। ਜ਼ਿੰਦਗੀ ਦਾ ਪਾਣੀ ਜਿਹੜਾ ਉਹ ਸਾਨੂੰ ਦੇਣਾ ਮੰਗਦਾ, ਉਹ ਪਰਮੇਸ਼ਰ ਦਾ ਰਾਜ ਆ। ਇਸ ਤਰ੍ਹਾਂ ਅਸੀਂ ਉਹਦੀ ਪਰਜਾ ਬਣਦੇ ਆ, ਉਸਦੇ ਲੋਕ ਬਣਦੇ ਆ।
इसलिए इन्हां चीज़ों तो असीं छुटकारा पाउने और ये छुटकारा असीं अपने आप नहीं पा सकते। ये जिसले दिखाई दिंदा, जिसले जिद्दां घर दे विच किते गर्भ च पिया होवे ते अगर कोई भैन कोई भरा जिहड़ा घर नूं बहुत साफ सुथरा रखदा होवे, अगर गैस्ट आके बह गए ते ओहदा ध्यान उत्थे ही लगा रहिंदा, ਇਹਦੀ ਨਜ਼ਰ ਕਿਤੇ ਇੱਧਰ ਉੱਧਰ ਨੂੰ ਹੋਵੇ ਤੇ ਮੈਨੂੰ ਚੱਕ ਕੇ ਗਰਭ ਚ ਸੁੱਟ। ਇਹੋ ਚੀਜ਼ ਪ੍ਰਭੂ ਦਾ ਵਚਨ ਸਾਹਮਣੇ ਉਹਦੇ ਰਾਜ ਦੇ ਵਿੱਚ ਦਾਖਲ ਹੋਣ ਦੇ ਨਾਲ ਔਰ ਉਸ ਰਾਜ ਦੇ ਵਿੱਚ ਅੱਗੇ ਵਧਣਾ ਜਿਹੜਾ ਸਾਡਾ, ਉਹ ਇਹਨਾਂ ਚੀਜ਼ਾਂ ਤੋਂ ਛੁਟਕਾਰਾ। ਔਰ ਜਿਸਲੇ ਇਹ ਛੁਟਕਾਰਾ ਅਸੀਂ ਪਾਉਂਦੇ ਆ ਤੇ ਫਿਰ ਪਰਮੇਸ਼ਵਰ ਦੀ ਧੰਨਵਾਦੀ ਸ਼ੁਕਰਗੁਜ਼ਾਰੀ ਤੋਂ ਸਿਵਾਏ ਸਾਡੀ ਜ਼ਿੰਦਗੀ 'ਚ ਹੋਰ ਕੁਝ ਨਹੀਂ ਹੁੰਦਾ। ਸ਼ੁਕਰਗੁਜ਼ਾਰੀ ਹੁੰਦੀ ਆ ਸਾਡੀ ਜਿਹੜੀ ਪ੍ਰਭੂ ਦੀ ਜਿਹੜਾ ਸਾਡੇ ਨਾਲ ਵਿਸ਼ਵਾਸ ਯੋਗਤਾ ਆ, ਉਹ ਅਸੀਂ ਉਸ ਦੇ ਲਈ ਸ਼ੁਕਰਗੁਜ਼ਾਰ ਹੁੰਦੇ ਹਾਂ। ਉਹ ਸ਼ਾਂਤੀ ਜਿਹੜੀ ਉਹ ਦਿੰਦਾ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਉਲਟ ਆ। ਖੜਵੇਪਨ ਦਾ ਉਲਟ ਜਿਹੜਾ ਹੈ ਉਹ ਅਗਰ ਦੇਖਿਆ ਜਾਵੇ ਤਾਂ ਨਮਰਤਾ ਹੈ। ਠੀਕ, ਅਗਰ ਅਸੀਂ ਮੂਰਖਤਾ ਨੂੰ ਦੇਖ ਲਈਏ ਤਾਂ ਬੁੱਧੀ ਹੈ। ਔਰ ਇਸੇ ਤਰ੍ਹਾਂ ਅਗਰ ਅਸੀਂ ਦੋ ਅਰਥੀ ਭਾਸ਼ਾ ਨੂੰ ਦੇਖ ਲਈਏ, ਜਿਹੜੀ ਗਲਤ ਭਾਸ਼ਾ ਹੈ, ਤਾਂ ਸਾਡੀ ਇੱਕ ਐਸੀ ਇੱਕ ਸ਼ਬਦ, ਇੱਕ ਐਸੀ ਬੋਲੀ ਪ੍ਰਭੂ ਦਿੰਦਾ ਸਾਨੂੰ। ਔਰ ਮੈਂ ਆਤਮਿਕ ਬੋਲੀਆਂ ਦੀ ਗੱਲ ਨਹੀਂ ਕਰਦਾ ਜੀ, ਬੋਲੀ ਜਿਹੜੀ ਕਿਸੇ ਨੂੰ ਸਮਝ ਆ ਜਾਵੇ ਮੈਂ ਉਹਦੀ ਗੱਲ ਕਰਦਾ। ਐਸੀਆਂ ਗੱਲਾਂ ਸਾਡੇ ਅੰਦਰੋਂ ਨਿਕਲਦੀਆਂ ਜਿਸ ਦੇ ਨਾਲ ਭੈਣਾਂ ਭਰਾਵਾਂ ਨੂੰ ਪ੍ਰਭੂ ਦੀ ਨਜ਼ਦੀਕੀ ਮਹਿਸੂਸ ਹੁੰਦੀ ਆ, ਉਹ ਸਾਰੀ ਹੁੰਦੀ ਆ। ਔਰ ਇਹ ਬਹੁਤ ਜ਼ਰੂਰੀ ਆ। ਮੈਂ ਕਿਸੇ ਨੂੰ ਨਹੀਂ ਬਦਲ ਸਕਦਾ, ਮੈਂ ਨਹੀਂ ਕਿਸੇ ਨੂੰ ਬਦਲ ਸਕਦਾ, ਪਰ ਮੈਂ ਆਪਣੇ ਆਪ ਨੂੰ ਬਦਲ ਸਕਦਾ। ਕਿਉਂ? ਕਿਉਂਕਿ ਪ੍ਰਭੂ ਨੇ ਇਹ ਸਾਰੇ ਵਾਅਦੇ ਮੇਰੇ ਨਾਲ ਕੀਤੇ ਹੋ। ਸਾਰੀਆਂ ਚੀਜ਼ਾਂ ਦੇ ਨਾਲੋਂ ਜ਼ਰੂਰੀ ਆ ਕਿ ਪਹਿਲਾਂ ਮੇਰੀ ਜ਼ਿੰਦਗੀ ਪ੍ਰਭੂ ਦੇ ਵਿੱਚ ਬਦਲੇ, ਮੇਰੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੀ ਹਜ਼ੂਰੀ ਆਏ। ਉਹ ਤੇ ਇੱਥੋਂ ਇੰਨਾ ਕੁਝ ਛੱਡ ਕੇ ਆਈ, ਲੋਕਾਂ ਦੀਆਂ ਗੱਲਾਂ ਵੀ ਸੁਣਦੇ ਪਏ, ਲੋਕਾਂ ਦੀਆਂ ਗਾਲਾਂ ਵੀ ਸੁਣਦੇ ਪਏ। ਕੋਈ ਕਹਿੰਦਾ ਤੁਸੀਂ ਪੈਸੇ ਲੈ ਕੇ ਹੋ ਗਏ, ਕੋਈ ਕਹਿੰਦਾ ਤੁਸੀਂ ਚੌਲ ਲੈ ਕੇ ਹੋ ਗਏ, ਤੇ ਫਿਰ ਅੱਧ ਅਧੂਰੇ ਬੈਠੇ ਰਹਿਣਾ ਅਸੀਂ? ਕਿਉਂ ਨਾ ਫਿਰ ਅਸੀਂ ਟੂ ਦਾ ਐਂਡ ਜਾਈਏ। ਜੋ ਕੁਛ ਪ੍ਰਭੂ ਨੇ ਰੱਖਿਆ ਆ, ਜੋ ਕੁਛ ਉਸਨੇ ਦਿੱਤਾ ਆ, ਕਿਉਂ ਨਹੀਂ ਅਸੀਂ ਉਸ ਦਾ ਆਨੰਦ ਮਾਣਦੇ ਪਏ? ਉਸਦੇ ਰਹਿਮ ਦੇ ਵਿੱਚ ਕਿਉਂ ਨਹੀਂ ਉਹ ਚੀਜ਼ਾਂ ਲੈਂਦੇ ਪਏ ਜਿਨ੍ਹਾਂ ਨੂੰ ਉਹ ਦੇਣ ਨੂੰ ਤਿਆਰ? ਉਹ ਚੀਜ਼ਾਂ ਜਿਹੜੀਆਂ ਕੱਢਣ ਨੂੰ ਤਿਆਰ ਆ, ਕਿਉਂ ਨਹੀਂ ਉਸ ਨੂੰ ਕੱਢਣ ਦਿੰਦੇ? ਤੁਸੀਂ ਪ੍ਰਭੂ ਦੀ ਇੱਕ ਬਰਕਤਾਂ ਆ ਇਹ, ਔਰ ਵੱਡੀਆਂ ਵੱਡੀਆਂ ਬਰਕਤਾਂ ਆ ਜੋ ਬਹੁਤ ਰਹਿਮ ਬੰਦੇ ਦੀ ਜ਼ਿੰਦਗੀ 'ਚ ਪੈਦਾ ਕਰਨ ਨੂੰ ਖੜਾ ਆ। ਦੇਖ, ਮੈਂ ਦਰਵਾਜ਼ੇ ਦੇ ਉੱਤੇ ਖੜਕਾਇਆ। ਅਸੀਂ ਨਹੀਂ ਖੜਕਾਉਂਦੇ ਪਏ, ਉਹ ਖੜਕਾਉਂਦਾ ਪਿਆ। ਮੈਂ ਖੜਕਾਉਣਾ, ਉਹ ਕਹਿੰਦਾ ਖੋਲ, ਮੈਂ ਆਊਂਗਾ ਔਰ ਤੇਰੇ ਨਾਲ ਬੈਠੂਗਾ ਔਰ ਖਾਣਾ ਖਾਊਂਗਾ। ਦੇਖੋ, ਇਸ ਵਚਨ ਦੇ ਵਿੱਚ ਬੜੀਆਂ ਪਿਆਰੀਆਂ ਚੀਜ਼ਾਂ ਆ। ਇਹ ਜਿਹੜਾ ਵਚਨ, ਜਿਹੜੇ ਚੈਪਟਰ ਅਸੀਂ ਪੜ੍ਹਦੇ ਪਏ, ਜ਼ਿੰਦਗੀ ਨੂੰ ਰੈਨੋਵੇਸ਼ਨ ਕਰਨ ਵਾਲੇ, ਸਾਡੇ ਅੰਤ ਕਰਨ ਦੇ ਰੈਨੋਵੇਸ਼ਨ ਕਰਨ ਵਾਲੇ, ਇੱਥੋਂ ਪ੍ਰਭੂ ਦੀ ਹਜ਼ੂਰੀ ਔਰ ਹਜ਼ੂਰੀ ਤੋਂ ਪ੍ਰਭੂ ਦਾ ਜੋ ਪ੍ਰਭੂ ਦੇ ਤੁਹਾਡੇ ਸਾਡੇ ਹੱਥਾਂ ਦੇ ਰਾਹੀਂ ਦੇ ਜਿਹੜੇ ਕੰਮ ਹੁੰਦੇ ਆ ਨਾ, ਜੋ ਬਰਕਤ ਆਉਂਦੀ ਆ, ਜੋ ਸ਼ਬਦ ਦੇ ਵਿੱਚ, ਸਾਡੇ ਸ਼ਬਦ ਦੇ ਵਿੱਚ ਤਾਕਤ ਆਉਂਦੀ ਹੈ, ਜਿਸ ਦੇ ਨਾਲ ਕਿਸੇ ਦਾ ਜ਼ਖਮ ਭਰਦਾ ਆ, ਕਿਸੇ ਨੂੰ ਸ਼ਾਂਤੀ ਮਿਲਦੀ ਆ, ਆਰਾਮ ਮਿਲਦਾ, ਕਿਰਿਆਸ਼ੀਲ ਜਿਹੜੇ ਸ਼ਬਦ ਫਿਰ ਪੈਦਾ ਹੁੰਦੇ। ਇਹ ਤਾਂ ਮੇਰੇ ਵਰਗਾ ਜਿੰਨੀਆਂ ਮਰਜ਼ੀ ਬੰਕੀਆਂ ਮਾਰੀ ਜਾਏ, ਕਿਸੇ ਨੂੰ ਕੁਛ ਨਹੀਂ ਮਿਲਦਾ ਹੈ। ਉਹਦੀ ਹਜ਼ੂਰੀ 'ਚ ਸਭ ਕੁਛ ਮਿਲਦਾ। ਆਓ ਸਮਾਂ ਕੱਢੀਏ, ਸਵੇਰ ਨੂੰ, ਸ਼ਾਮ ਨੂੰ,
sometimes you say nothing. कुछ एक ऐसे समय होंगे जिससे किसी कुछ नहीं बोलते, just sit. कुछ एक ऐसे समय होंगे जिस वेले प्रभु सानू अथरू दिंदा, और वो धोंदे आ, वो सोगदे नहीं होंदे, वो धोंदे आ। कुछ एक समय ऐसे होंगे जिसलिए प्रभु सानू बोलदा। फिर वो चीज वो बोलदा जिस तरह उसने अन्ने ने कहा सी, कहंदा तू चाहे तो मैं देख सकदा, कहंदा मैं चाहना देख। वो शब्द किसी तरह दियां फोकियां गल्लां ते धोखा ना खावो, क्योंकि इहो जिहियां दे राही परमेश्वर दी दैवी सजा परमेश्वर दी आज्ञा ना मनण वालियां ते आउंदी है। इहो जिहे लोकां तो दूर रहो। इसलिए ਅਸੀਂ पिछले ਜਿਹੜਾ ਹਿੱਸਾ ਛੱਡ ਗਿਆ ਸੀ, ਹੁਣ ਆਓ ਉੱਥੇ ਅਸੀਂ ਵਾਪਸ ਚਲੀਏ ਪਿਛਲੇ ਚੈਪਟਰ। ਔਰ ਇੱਥੇ ਪ੍ਰਭੂ ਦਾ ਜਿਹੜਾ ਬਚਨ ਆ ਉਹ ਸਾਨੂੰ ਇਹਨਾਂ ਚੀਜ਼ਾਂ ਬਾਰੇ ਹੀ ਦੱਸਦਾ ਪਿਆ। ਮੈਂ 13 ਆਇਤ ਤੋਂ ਪੜੂੰਗਾ। ਕਹਿੰਦਾ ਇੱਥੋਂ ਤੱਕ ਕਿ ਅਸੀਂ ਉਸ ਏਕਤਾ ਨੂੰ ਪ੍ਰਾਪਤ ਕਰੀਏ ਜੋ ਵਿਸ਼ਵਾਸ ਕਰਨ ਤੇ ਪਰਮੇਸ਼ਰ ਦੇ ਪੁੱਤਰ ਦੇ ਜਾਣਨ ਤੇ ਮਿਲਦੀ ਹੈ। ਇਹ ਹੋਣ ਤੇ ਅਸੀਂ ਆਪਣੀ ਪੂਰੀ ਮਨੁੱਖਤਾ ਨੂੰ ਪਹੁੰਚਾਂਗੇ, ਅਰਥਾਤ ਉਸ ਪੂਰਨਤਾ ਨੂੰ ਜੋ ਮਸੀਹ ਤੋਂ ਮਿਲਦੀ ਹੈ। ਫਿਰ ਅਸੀਂ ਬੱਚੇ ਨਹੀਂ ਰਹਾਂਗੇ ਜੋ ਹਰ ਤਰ੍ਹਾਂ ਦੀ ਝੂਠੀ ਸਿੱਖਿਆ, ਮਕਰ, ਧੋਖੇ ਨਾਲ ਬਣਾਈਆਂ ਚਾਲਾਂ ਦੇ ਨਾਲ ਇੱਧਰ ਉੱਧਰ ਭਟਕਦੇ ਹਨ। यानी कि की इत्थे हो रहा, भटकाउण वाले बहुत तुरे फिरदे, दौड़े फिरदे कच्छां च बाइबल ले, और असीं कदी इत्थे कदी उत्थे हवा दे बुल्ले मंगोड़दे फिरदे। We don't have to, सानू ये करन दी जरूरत नहीं। और इसे तरह सानू इत्थे भी दस्सिया गया कि किसी तरह दियां फूकियां गल्लां ते धोखा ना खाओ, क्योंकि इहो जिहियां चीजां राही परमेश्वर दी दैवी सजा जो परमेश्वर दी आज्ञा ना मनण वालियां ते आउंदी है। ये जेड़े स्पैशलिस्टां दे पिछे दौड़े फिरदे आ ना, ये दैवी सजा आ, ये सजा आ परमेश्वर दी। क्यों? क्योंकि उन्होंने अपने अंतकरण नूं परमेश्वर की हजूरी दे विच दिता ही नहीं। इस करके परमेश्वर ने वो आँख ही नहीं खोली जिस दे नाल वो पहचान सकन कि यह प्रभु की भेड़ आ ते ये भेड़ दे विच छुपिया भेड़िया है। ये परमेश्वर दा सेवादार आ जां ये सेवा कराउण दे लई आ। मैं तो इत्थे तक सुनिया कि इदां दे भी लोग, इदां दे भी पासवान है जिहड़े हाथ तुहाडे सिर ते हाथ रखण दे हुण पैसे लैंदे आ। इसे इन्हां चीजां तो साडा प्रभु सानू बचाउणा मंगदा, छुटकारा देना मंगदा दैवी सजा तो। आया दैवी सजा जिहड़े असीं दौड़े फिरदे इधर उधर, और असीं प्रभु की आप हजूरी दे विच बहना नहीं सिखदे। इसे ये चीज़ां जिहड़ियां प्रभु दे वचन दे विच वो सानू बरकत दिंदियां। इत्थों प्रभु दे वचन दा पता लगना शुरू होता की कहंदा। और इसे करके उसने सानू ये कहा कल नूं इन्हां चीज़ां नूं दुबारा देखांगे, कल नूं जिहड़ा सारा दिन बितावांगे ते असीं उन्हां फॉल्स टीचर दे उत्ते बितावांगे। किहड़ियां चीज़ां तो सानू बचना चाहिदा, की प्रभु दा वचन सानू दसदा। वचन की दसदा है, इट्स नॉट हू इज डूइंग व्हाट, वचन की दसदा।
ਕਹਿੰਦਾ ਪਹਿਲਾਂ ਤੁਸੀਂ ਹਨੇਰੇ ਦੇ ਵਾਸੀ ਸੋ, ਪਰ ਹੁਣ ਤੁਸੀਂ ਪ੍ਰਭੂ ਦੀ ਸੰਗਤ ਦੇ ਵਿੱਚ ਆ ਕੇ ਚਾਨਣ ਦੇ ਵਾਸੀ ਬਣ ਚੁੱਕੇ ਹੋ। ਇਸ ਲਈ ਹੁਣ ਚਾਨਣ ਦੇ ਵਾਸੀਆਂ ਵਾਲਾ ਜੀਵਨ ਗੁਜ਼ਾਰੋ। ਪ੍ਰਭੂ ਦੇ ਵਚਨ ਦੇ ਵਿੱਚ, ਉਹਦੇ ਪਿਆਰ ਦੇ ਰਿਸ਼ਤੇ ਦੇ ਵਿੱਚ ਜੇ ਅਸੀਂ ਚਾਨਣ ਦੇ ਵਿੱਚ ਰਹਾਂਗੇ ਤਾਂ ਸਾਨੂੰ ਕਿਸੇ ਦੇ ਮੋਢੇ ਤੇ ਹੱਥ ਰੱਖ ਕੇ ਤੁਰਨ ਦੀ ਲੋੜ ਨਹੀਂ ਪਈ। I guarantee you that। ਔਰ ਜਿਸ ਲਈ ਪ੍ਰਭੂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਦੇ ਦਿੰਦਾ ਨਾ, ਇੱਕ ਐਸਾ ਆਰਾਮ ਪ੍ਰਭੂ ਦੀ ਜ਼ਿੰਦਗੀ ਦੇ ਵਿੱਚ, ਪ੍ਰਭੂ ਤੁਹਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦਾ, ਮੇਰੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦਾ, ਜਿਹਦਾ ਸ਼ਬਦਾਂ ਦੇ ਨਾਲ ਬਿਆਨ ਕਰਨਾ ਕਠਿਨ। ਕਿਉਂਕਿ ਉਸ ਦਾ ਪਿਆਰ ਜਿਹੜਾ, ਉਹਦੀ ਕੋਈ ਵੀ ਉਦਾਹਰਨ ਧਰਤੀ ਤੇ ਹੈ ਨਹੀਂ। ਉਹਦੀ ਜਿਹੜਾ ਉਹ ਆਪਣੀ ਸ਼ਾਂਤੀ ਦਿੰਦਾ, ਉਹਦੀ ਕੋਈ ਵੀ ਉਦਾਹਰਨ ਇਸ ਧਰਤੀ ਤੇ ਹੈ ਨਹੀਂ। ਉਹ ਆਰਾਮ ਜਿਹੜਾ ਦਿੰਦਾ, ਜਿਹੜਾ ਸਾਡੇ ਜੂੜੇ ਥੱਲੇ ਆਪਣਾ ਸਿਰ ਦਿੰਦਾ ਤੇ ਉਹ ਸਾਡੇ ਗੱਡੇ ਨੂੰ ਆਪ ਖਿੱਚਦਾ, ਉਹਦੀ ਉਦਾਹਰਨ ਇਸ ਧਰਤੀ ਤੇ ਹੈ ਨਹੀਂ। ਇਹ ਚੀਜ਼ਾਂ ਉਹ ਸਾਨੂੰ ਦੇਣੀਆਂ ਮੰਗਦਾ, ਔਰ ਇਹ ਸਭ ਕੁਝ ਰਿਸ਼ਤੇ ਦੀ ਨਜ਼ਦੀਕੀ ਦੇ ਨਾਲ। ਸਾਨੂੰ ਦੂਰੀਆਂ ਸਾਨੂੰ ਕਿਹੜੀ ਚੀਜ਼ ਨੇ ਪਾਈਆਂ ਆ, ਕਿਹੜੀਆਂ ਮੱਝਾਂ ਰਸਤੇ ਦੇ ਵਿੱਚ ਬੈਠੀਆਂ ਆ, ਉਹ ਪ੍ਰਭੂ ਦਾ ਵਚਨ ਸਾਨੂੰ ਦੱਸਦਾ। I don't know about you guys। ਮੈਨੂੰ ਨਹੀਂ ਕਿਸੇ ਦੇ ਬਾਰੇ ਪਤਾ, ਮੈਨੂੰ ਆਪਣੇ ਆਪ ਦੇ ਬਾਰੇ ਪਤਾ। ਮੈਂ ਕਿਸੇ ਦਾ ਜੱਜ ਨਹੀਂ, ਮੈਨੂੰ ਕਿਸੇ ਦਾ, ਮੈਂ ਕਦੀ ਨਹੀਂ ਜਾਣਨ ਦੀ ਕੋਸ਼ਿਸ਼। ਤੁਸੀਂ ਕਦੀ ਵੀ ਮੈਨੂੰ ਇਸ ਚੀਜ਼ ਦੇ ਉੱਤੇ ਦੇਖ ਸਕਦੇ ਆ। I don't know anything about it। I don't want to really। ਲੇਕਿਨ ਮੇਰਾ ਇੱਕ ਚੀਜ਼ ਆ ਕਿ ਮੈਂ ਆਪਣੇ ਭਰਾ ਦੇ ਲਈ ਬਰਕਤ ਹਾਂ, ਕਿ ਮੈਂ ਤੁਹਾਡੇ ਲਈ ਬਰਕਤ ਹੈ ਕਿ ਨਹੀਂ, ਕਿ ਮੈਂ ਉਸਾਰੀ ਕਰ ਰਿਹਾ ਕਿ ਪ੍ਰਭੂ ਦੀਆਂ ਲਾਈਆਂ ਇੱਟਾਂ ਨੂੰ ਦੇੜ ਰਿਹਾ। ਇਹ ਮੈਨੂੰ ਸਿਰਫ ਦੇਖਣਾ ਪੈਂਦਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਪਿਆਰ ਕਰਦਾ ਪਿਆ ਜਾਂ ਇਹਨਾਂ ਨੂੰ ਆਪਣੇ ਮਕਰ ਦੇ ਨਾਲ ਮੈਂ ਇਹਨਾਂ ਨੂੰ ਆਪਣੇ ਨਾਲ ਚਿਲਾਇਆ। ਤੁਸੀਂ ਇਹ ਚੀਜ਼ਾਂ ਆ, ਭੀੜ ਦੀ ਗੱਲ ਨਹੀਂ ਹੁੰਦੀ। ਯਿਸੂ ਮਸੀਹ ਨੇ 3.5 ਸਾਲ ਮਿਨਿਸਟਰੀ ਕੀਤੀ ਸੀ। 12 ਉਹਦੇ ਲਾਗੇ ਆਏ ਸੀਗੇ, ਇੱਕ ਨੇ ਪਰਵਾਤਾ ਸੀ, ਇੱਕ ਨੇ 3 ਵਾਰੀ ਇਨਕਾਰ ਕਰ ਦਿੱਤਾ ਸੀ ਕਿ ਇਹ ਮੈਂ ਇਹਨੂੰ ਨਹੀਂ ਜਾਣਦਾ, ਤੇ ਬਾਕੀ ਦੌੜ ਗਏ ਸੀ। That was a most unsuccessful ministry ever। It's not about numbers। It's about ਕਿ ਜਿਹੜੇ ਭੈਣ ਭਰਾਵਾਂ ਨੂੰ ਮੇਰੇ ਕੋਲ ਲੈ ਕੇ ਆ ਰਹੇ ਆ, ਕਿ ਉਹਨਾਂ ਦੇ ਅੰਤਕਰਨ ਦੇ ਵਿੱਚ ਸੁਧਾਰ ਆ ਰਿਹਾ। In the end ਕਿਸੇ ਨੇ ਵੀ ਸਾਡੇ ਨਾਲ ਨਹੀਂ ਖੜਾ ਹੋਣਾ, ਯਿਸੂ ਨੇ ਖੜੇ ਹੋਣਾ। ਯਸ, ਹੋਰ ਤਾਂ ਕਿਸੇ ਨੇ ਖੜੇ ਹੋਣਾ। ਜਾਂ ਉੱਥੇ ਸ਼ਰਮਿੰਦਗੀ ਹੋਏਗੀ ਜਾਂ ਖੁਸ਼ੀ ਹੋਏਗੀ ਕਿ ਮੈਂ ਪ੍ਰਭੂ ਨੂੰ ਆਪਣੇ ਆਪ ਨੂੰ ਬਦਲਣ ਦਿੱਤਾ, ਇਸ ਚੀਜ਼ ਦੀ ਖੁਸ਼ੀ ਹੋਏਗੀ। ਰਾਈਟ, ਇਹ ਚੀਜ਼ਾਂ ਆ ਜਿਹੜੀਆਂ ਜ਼ਰੂਰੀ ਆ। It's called practicing holiness। ਹੋਲੀਨੈਸ ਦੀ ਪ੍ਰੈਕਟਿਸ ਕਰਨੀ ਇਹ ਬਹੁਤ ਜ਼ਰੂਰੀ ਹੈ। ਔਰ ਹੋਲੀਨੈਸ ਉਹ ਤੋਂ ਜਾ ਕੇ ਮਿਲਦੀ ਜਿਹੜਾ ਹੋਲੀ ਹੈ। ਹੀ ਮੇਕ ਅਸ ਹੋਲੀ। ਉਹਦੇ ਕੋਲ ਜਿਸ ਲਈ ਜਾਂਦੇ ਹੋ ਪੈਰ ਧੋਦਾ, ਉਹ ਪਤਰਸ ਨੂੰ ਦਿਖਾਉਂਦਾ ਕਿ ਤੇਰੇ ਅੰਦਰ ਘਮੰਡ ਆ, ਮੱਲਾ ਤੂੰ ਕਹਿਣਾ ਤਾਂ ਜ਼ਰੂਰ ਆ ਮੈਂ ਤੇਰੇ ਲਈ ਮਰ ਜਾਊਂਗਾ, ਪਰ ਤੂੰ 3 ਵਾਰੀ ਮੇਰਾ ਇਨਕਾਰ ਕਰ। ਉਹ ਹੈ ਨਹੀਂ ਤੇਰੇ ਕੋ ਜੋ ਤੂੰ ਕਹਿਣਾ ਤੂੰ ਹੈ ਨਹੀਂ। ਤੂੰ 3 ਵਾਰੀ ਮੇਰਾ ਇਨਕਾਰ ਕਰੇ। ਔਰ ਇਹ ਸਭ ਦੌੜ ਜਾਣਗੇ। ਇਹ ਸਭ ਦੌੜ ਜਾਣਗੇ। ਔਰ ਜਿਸ ਵੇਲੇ ਬਹੁਤ ਪਿਆਰੀ ਚੀਜ਼ ਹੈ ਪ੍ਰਭੂ ਨੇ ਪਤਰਸ ਨੂੰ ਕਹੀ, ਕੱਲ ਨੂੰ ਦੇਖਾਂਗੇ, ਹੁਣ ਟਾਈਮ ਕਾਫੀ ਹੋਗਾ, ਕੱਲ ਨੂੰ ਮੈਂ ਤੁਹਾਨੂੰ ਹਿੱਸੇ ਦਿਖਾਊਂਗਾ।
ਉਸ ਦੇ ਨਾਲ ਪਤਾ ਲੱਗਦਾ ਹੈ ਕਿ ਪ੍ਰਭੂ ਸਾਡੇ ਲਈ ਕਰਨਾ ਕੀ ਮੰਗਦਾ ਹੈ। ਅਸੀਂ ਬਹੁਤ ਵੱਡੀ ਬਰਕਤ ਜਿਹੜੀ ਪ੍ਰਭੂ ਸਾਨੂੰ ਦੇਣੀ ਮੰਗਦਾ ਨਾ, ਅਸੀਂ ਉਹਦੇ ਤੋਂ ਜਿਹੜਾ ਖਾਲੀ ਰਹਿ ਜਾਂਦੇ ਹਾਂ। ਉਹ ਤਾਂ ਖਾਲੀ ਕਿ ਨਾਗਰਿਕਤਾ ਤਾਂ ਮਿਲ ਗਈ, ਉਹ ਤਾਂ ਠੀਕ ਆ, ਮੁਕਤੀ ਮਿਲ ਗਈ ਠੀਕ ਆ, ਪ੍ਰਭੂ ਦੇ ਘਰ ਜਾਣਾ ਠੀਕ ਆ, ਉਹ ਤਾਂ ਸਭ ਬੇਸਿਕ ਚੀਜ਼ਾਂ ਆ। ਪਰ ਕੀ ਅਸੀਂ ਪ੍ਰਭੂ ਦੇ ਲਈ ਬਰਕਤ ਹਾਂ? ਜਿਸ ਵੇਲੇ ਅਸੀਂ ਆਪਣੇ ਆਪ ਨੂੰ ਦੇਣਾ ਸ਼ੁਰੂ ਕਰਦੇ ਹਾਂ, ਜਿਸ ਵੇਲੇ ਉਹਦੀ ਹਜ਼ੂਰੀ ਚ ਆਉਣਾ ਸ਼ੁਰੂ ਕਰਦੇ ਹਾਂ, ਉਹਦਾ ਸਮਾਂ ਬਿਤਾਉਣਾ ਸ਼ੁਰੂ ਕਰਦੇ ਹਾਂ, ਫਿਰ ਪ੍ਰਭੂ ਜ਼ਿੰਦਗੀ ਦੇ ਉਹਨਾਂ ਅੰਗਾਂ ਨੂੰ ਹੱਥ ਲਾਉਂਦਾ ਜਿਹੜੇ ਟੁੱਟੇ ਹੋ। ਫਿਰ ਉਹ ਖੜਾ ਕਰਦਾ ਸੀ, ਫਿਰ ਉਹ ਲੈ ਕੇ। ਮੇਰੀ ਬੇਨਤੀ ਹੈ ਪ੍ਰਭੂ ਦੇ ਅੱਗੇ ਕਿ ਥੋੜਾ ਜਿਹਾ ਸਮਾਂ ਜੋ ਵੀ ਅਸੀਂ ਪ੍ਰਭੂ ਦੀ ਹਜ਼ੂਰੀ ਚ ਬਿਤਾਉਣੇ ਆ ਭੈਣ ਭਰਾ, ਸੱਚਮੁੱਚ ਤੁਹਾਨੂੰ ਇੱਕ ਚਸਕਾ ਪੈ ਜਾਏ, ਚਸਕਾ ਪੈ ਜਾਏ। ਉਹ ਅਲਾਰਮ ਕਲੌਕ ਸਿਰ ਦੇ ਵਿੱਚ ਲੱਗਾ ਹੋਵੇ ਤਾਂ ਸਵੇਰ ਨੂੰ ਜਾਗ ਆਪੇ ਹੀ ਆਵੇ ਤੇ ਮੇਰੇ 10 ਮਿੰਟ ਪ੍ਰਭੂ ਦੇ ਨਾਲ। ਔਰ ਆਉਣ ਵਾਲੇ ਦਿਨਾਂ ਚ ਦੇਖਾਂਗੇ ਕਿ ਉਹ 5-10 ਮਿੰਟ ਕਿੱਦਾਂ ਸਪੈਂਡ ਕਰੇ। ਹਰ ਇੱਕ ਇਨਸਾਨ ਤੁਹਾਨੂੰ ਪ੍ਰਭੂ ਆਪਣੇ ਤਰੀਕੇ ਦੇਗਾ, ਲੇਕਿਨ ਕੁਛ ਇੱਕ ਚੀਜ਼ਾਂ ਜਿਹੜੀਆਂ ਮੈਨੂੰ ਪ੍ਰਭੂ ਨੇ ਦਿਖਾਈਆਂ, ਅਸੀਂ ਉਹਨਾਂ ਨੂੰ ਦੇਖਾਂਗੇ। ਆਪ ਦੁਆ ਕਰੀਏ ਆਪਣੇ ਆਪ ਨੂੰ। ਪਿਆਰੇ ਪ੍ਰਭੂ, ਮੈਂ ਤੇਰਾ ਬਹੁਤ ਸ਼ੁਕਰ ਕਰਦਾ, ਮੈਂ ਆਪਣੇ ਭੈਣ ਭਰਾਵਾਂ ਦੇ ਲਈ ਤੇਰਾ ਸ਼ੁਕਰ ਕਰਦਾ ਜੋ ਪ੍ਰਭੂ ਜੀ ਆਪਣਾ ਸਮਾਂ ਕੱਢਦੇ, ਕੀਮਤੀ ਸਮਾਂ ਕੱਢਦੇ। ਅੱਜ ਦੀ ਜ਼ਿੰਦਗੀ ਚ ਕੌਣ ਬਿਜ਼ੀ ਹੈ? ਸਾਡੀ ਜ਼ਿੰਦਗੀ ਪ੍ਰਭੂ ਜੀ ਬਹੁਤ ਬਿਜ਼ੀ ਹੈ, ਲੇਕਿਨ ਤੇਰਾ ਸ਼ੁਕਰ ਤੂੰ ਆਪਣੇ ਲੋਕਾਂ ਨੂੰ ਇਹ ਮੌਕਾ ਦਿੰਨਾ ਕਿ ਅਸੀਂ ਆਪਣੀ ਉਸਾਰੀ ਦੇ ਵੱਲ ਨੂੰ ਵਧੀਏ, ਆਪਣੇ ਮੰਦਿਰ ਦੀ ਉਸਾਰੀ ਦੇ ਵੱਲ ਨੂੰ ਵਧੀਏ, ਆਪਣੇ ਮੰਦਿਰ ਦੀ ਪਵਿੱਤਰਤਾ ਦੇ ਵੱਲ ਨੂੰ ਵਧੀਏ, ਆਪਣੇ ਇਸ ਮੰਦਿਰ ਨੂੰ ਪ੍ਰਭੂ ਜੀ ਤੇਰੇ ਲਈ ਪੇਸ਼ ਕਰਦੇ ਰਹੀਏ। ਤੇਰੀ ਹਜ਼ੂਰੀ ਸਾਡੇ ਅੰਦਰ ਵੱਧਦੀ ਜਾਏ, ਤੇਰਾ ਸਿੰਘਾਸਨ ਦਾ ਜਗ੍ਹਾ ਖੁਦਾਵੰਦ ਸਾਡੇ ਆਲੇ ਦੁਆਲੇ ਦੀਆਂ ਚੀਜ਼ਾਂ ਦੇ ਨਾਲ ਨੂੰ ਭਰਿਆ ਹੋਏ ਘਰ ਤੇਰੇ ਲਈ ਖਾਲੀ ਹੋਏ, ਔਰ ਸਿਰਫ ਤੇਰੇ ਨਾਲ ਭਰੇ। ਮੇਰੇ ਪਿਆਰੇ ਪ੍ਰਭੂ, ਤੂੰ ਆਪਣੇ ਬੱਚਿਆਂ ਨੂੰ ਆਪਣੀ ਕਿਰਪਾ ਦੇ ਵਿੱਚ ਛੁਪਾ ਕੇ ਰੱਖ। ਤੂੰ ਮਹਾਨ, ਤੂੰ ਦਿਆਲੂ ਆ, ਤੂੰ ਕਿਰਪਾਲੂ ਆ। ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਦੇਣ ਨੂੰ ਤਿਆਰ ਨਹੀਂ? ਕਿ ਅਸੀਂ ਆਪ ਬਾਪ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦਿੰਦੇ ਹਾਂ, ਅਸੀਂ ਪਾਪੀ ਹੋ। ਤਾਂ ਉਹ ਜੋ ਜਿਸ ਦੇ ਬਾਰੇ ਕਿਹਾ ਗਿਆ ਕਿ ਤੁਸੀਂ ਪਰਮੇਸ਼ਰ ਦੀ ਸੰਤਾਨ, ਉਹ ਸਾਨੂੰ ਕੀ ਕੁਛ ਦੇਣਾ, ਸਾਨੂੰ ਕਿਹੜਾ ਆਨੰਦ, ਕਿਹੜੀ ਸ਼ਾਂਤੀ, ਕਿਹੜਾ ਆਰਾਮ ਦੇਣਾ ਮੰਗਦਾ, ਜੋ ਪ੍ਰਭੂ ਜੀ ਉਹ ਬਰਕਤਾਂ ਜਿਨ੍ਹਾਂ ਨੂੰ ਅਸੀਂ ਪ੍ਰਭੂ ਖੁਦਾਵੰਦ ਦੇਖਦੇ ਨਹੀਂ। ਅਸੀਂ ਸੋਚਦੇ ਹਾਂ ਕਿ ਸਾਨੂੰ ਚੀਜ਼ਾਂ ਮਿਲਣਗੀਆਂ ਤੇ ਆਨੰਦ ਆਏਗਾ, ਲੇਕਿਨ ਆਨੰਦ ਤਾਂ ਤੇਰੇ ਮਿਲਣ ਤੇ। ਕਿਉਂਕਿ ਅਗਰ ਕੋਈ ਚੀਜ਼ ਮਿਲੇ ਤੇ ਆਨੰਦ ਪੂਰਾ ਹੋ ਜਾਏ ਤੇ ਪ੍ਰਭੂ ਜੀ ਫਿਰ ਥੋੜੇ ਦਿਨਾਂ ਬਾਅਦ ਸਾਡਾ ਮਨ ਨਾ ਉਹ ਸੋਚ ਜਾਏ, ਕੁਝ ਦਿਨਾਂ ਬਾਅਦ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਕਿੱਥੇ ਪਈ। ਇਹਨਾਂ ਦੇ ਨਾਲ ਆਨੰਦ ਨਹੀਂ ਪੂਰਾ ਹੁੰਦਾ। ਆਨੰਦ ਤਾਂ ਉਸ ਰੋਟੀ ਨਾਲ ਪੂਰੀ ਹੁੰਦਾ ਜੋ ਤੂੰ ਦਿੰਦਾ, ਉਸ ਜਲ ਦੇ ਨਾਲ ਹੁੰਦਾ ਜੋ ਤੇਰੇ ਕੋਲ ਹੁੰਦਾ ਔਰ ਤੂੰ ਦਾ, ਔਰ ਪਿਆਸ ਬੁਝਾਉਂਦਾ। ਪਿਆਰੇ ਪ੍ਰਭੂ, ਆਪਣੇ ਬੱਚਿਆਂ ਦੇ ਨਾਲ ਬਣੇ, ਆਪਣੀ ਹਜ਼ੂਰੀ ਦੇ ਨਾਲ ਇਹਨਾਂ ਨੂੰ ਮਾਲ ਕਰ। ਤੇਰੇ ਹੱਥਾਂ ਦੀ ਵਾੜ ਸਾਡੇ ਅੱਗੇ, ਸਾਡੇ ਪਿੱਛੇ, ਸਾਡੇ ਸੱਜੇ, ਸਾਡੇ ਖੱਬੇ, ਸਾਡੇ ਉੱਪਰ ਔਰ ਪੈਰਾਂ ਦੇ ਵਿੱਚ ਲੱਗੀ ਹੈ। ਪਿਆਰੇ ਪ੍ਰਭੂ, ਤੇਰੀ ਦਇਆ, ਤੇਰੀ ਕਿਰਪਾ ਸਾਨੂੰ ਸੰਭਾਲ ਕੇ ਰੱਖੇ। ਪਿਆਰੇ ਬਾਪ ਸਵਰਗ ਤੋਂ ਤੇਰੀ ਨਿਗਾਹਬਾਨੀ, ਪੈਰਾਂ ਦੇ ਵਿੱਚ ਪੁੱਤਰ ਦਾ ਰਸਤਾ, ਸਾਡੇ ਅੰਦਰ
ਪਵਿੱਤਰ ਆਤਮਾ ਸਾਨੂੰ ਲੈ ਕੇ ਪ੍ਰਭੂ ਜੀ ਅੱਜ ਦਾ ਦਿਨ ਤੇਰੇ ਵਿੱਚ ਚੱਲੇ। ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਬਾਰਾ ਮਿਲੀਏ ਪ੍ਰਭੂ ਜੀ ਤੇਰੀ ਰਾਖੀ ਤੇਰੇ ਬੱਚਿਆਂ ਦੇ ਨਾਲ ਬਣੀ ਰਹੇ। ਅੰਦਰੋਂ ਰਾਖੀ ਕਰੇ, ਬਾਹਰ ਰਾਖੀ ਕਰੇ, ਅੰਦਰ ਪਿਆਰ ਭਰੇ, ਬਾਹਰ ਪਿਆਰ ਵੰਡਣ ਦੀ ਤਾਕਤ ਦੇ। ਅੰਦਰੋਂ ਪ੍ਰਭੂ ਜੀ ਮਾਫੀ ਦੇਈ, ਬਾਹਰ ਮਾਫ ਕਰਨ ਦੀ ਤਾਕਤ ਦੇ। ਮੇਰੇ ਪਿਆਰੇ ਪ੍ਰਭੂ, ਜਿਸ ਤਰ੍ਹਾਂ ਤੂੰ ਦਿਆਲੂ ਕਿਰਪਾਲੂ ਹੈ ਖੁਦਾਵੰਦ, ਉਹ ਫਲ ਸਾਡੇ ਅੰਦਰੋਂ ਵੀ ਬਾਹਰ ਨਿਕਲ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਸਾਡੀ ਦੁਆ ਨੂੰ ਸੁਣ ਤੇ ਕਬੂਲ ਕਰ। ਔਰ ਸਾਰੇ ਭੈਣ ਭਰਾ ਕੇ ਬਲੈਸ ਯੂ। ਕੱਲ ਨੂੰ ਮਿਲਾਂਗੇ। ਕੱਲ ਨੂੰ ਅਸੀਂ ਥੋੜਾ ਹੋਰ ਡਿਗ ਡੀਪ ਕਰਾਂਗੇ ਔਰ ਉਸ ਦੇ ਰਾਹੀਂ ਦੇਖਾਂਗੇ ਕਿ ਸਾਡਾ ਪ੍ਰਭੂ ਨੇ ਸਾਡੇ ਲਈ ਕੀ ਕੁਛ ਕੀਤਾ। ਬਲੈਸ ਯੂ।